हेलो एवरीवन, गुड मॉर्निंग टू ऑल ऑफ यू। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਟਵਾਰੀ ਦਾ ਐਗਜ਼ਾਮ ਹੋ ਕੇ ਹਟਿਆ ਤੇ ਸਾਰੇ ਬੱਚਿਆਂ ਦਾ ਐਗਜ਼ਾਮ ਬਹੁਤ ਵਧੀਆ ਹੋਇਆ ਹੈ। ਸਾਰਿਆਂ ਦਾ ਇਹੀ ਕਹਿਣਾ ਸੀ ਜੋ ਕਰਾਇਆ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਇਆ ਹੈ। ਸੋ ਅੱਜ ਆਪਾਂ ਬੇਟਾ ਡਿਸਕਸ ਕਰਨ ਜਾ ਰਹੇ ਹੈਗੇ ਆ ਆਪਣਾ ਜੀਕੇ ਦਾ ਸੈਕਸ਼ਨ, ਜਿਹਦੇ ਵਿੱਚ ਪਟਵਾਰੀ ਦੇ ਵਿੱਚ ਜਿਹੜੇ ਵੀ ਕੁਐਸਚਨ ਆਏ ਹੈ, ਚਾਹੇ ਉਹ ਜੀਕੇ ਦੇ ਤੁਹਾਡੇ ਪੰਜਾਬੀ ਵਿੱਚ ਆਏ ਸੀਗੇ ਜਾਂ ਫਿਰ ਕੁਝ ਕੁਐਸਚਨਸ ਜਿਹੜੇ ਸੀਗੇ ਜੀਕੇ ਦੇ ਹੀ ਆਏ ਸੀਗੇ। ਸੋ ਉਹਨਾਂ ਨੂੰ ਸੈਕਸ਼ਨ ਵਾਈਜ਼ ਆਪਾਂ ਡਿਸਕਸ ਕਰਨ ਹੁਣ ਜਾ ਰਹੇ ਆ। ਇਸੇ ਤਰੀਕੇ ਨਾਲ ਮੈਥ, ਰੀਜ਼ਨਿੰਗ ਅਤੇ ਇੰਗਲਿਸ਼ ਦਾ ਵੀ ਡਿਸਕਸ਼ਨ ਜਿਹੜਾ ਹੈਗਾ ਉਹ ਹੋਏਗਾ, ਰਾਈਟ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ਼ਨ ਸਟਾਰਟ ਕਰਦੇ ਆ ਆਪਣੇ ਜੀਕੇ ਦੀ, ਰਾਈਟ। ਸੋ ਫਸਟ ਕੁਐਸਚਨ ਦੇ ਉੱਤੇ ਆਪਾਂ ਚੱਲਦੇ ਆ। ਪਹਿਲਾ ਸਵਾਲ ਆਪਾਂ ਨੂੰ ਪੁੱਛਿਆ ਗਿਆ ਸੀਗਾ, ਨੇਮ ਦਾ ਪਰਸਨ ਹੂ ਵਾਸ ਪੋਸਥਿਊਮਸਲੀ ਕਨਫਰਡ ਦੀ Padma Shri Award for his contribution in the field of trade and industry for 2023। यानी कि 2023 ਵਾਸਤੇ ਉਸ ਵਿਅਕਤੀ ਦਾ ਨਾਮ ਦੱਸਣਾ ਹੈ ਜਿਨ੍ਹਾਂ ਨੂੰ ਮਰਨੋਪਰਾਂਤ, ਪੋਸਥਿਊਮਸ ਹੁੰਦਾ ਜਿਨ੍ਹਾਂ ਦੀ ਮ੍ਰਿਤੂ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹਨਾਂ ਨੂੰ ਅਵਾਰਡ ਮਿਲਦਾ ਹੈਗਾ। ਤਾਂ ਮਰਨੋਪਰਾਂਤ ਅਗਰ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀਗਾ ਟ੍ਰੇਡ ਐਂਡ ਇੰਡਸਟਰੀ ਦੇ ਵਿੱਚ, ਤਾਂ ਇਹ ਗੱਲ ਆਪਾਂ ਕਰੰਟ ਅਫੇਅਰ ਦੇ ਸੈਕਸ਼ਨ ਦੇ ਵਿੱਚ ਕੀਤੀ ਹੋਈ ਸੀਗੀ ਤੇ ਮੈਨੂੰ ਪੀਡੀਐਫ ਵੀ ਅਪਲੋਡ ਕੀਤੀ ਹੋਈ ਸੀਗੀ ਉਸ ਚੀਜ਼ ਦੀ। ਤਾਂ ਆਨਸਰ ਸੀ ਹੋਊਗਾ ਇਸ ਕੁਐਸਚਨ ਦਾ राकेश राधेश्याम झुंझुनवाला। राकेश राधेश्याम झुंझुनवाला इज द करेक्ट आंसर। अच्छा, क्वेश्चन ਦਾ ਨੰਬਰ ਉਹ ਲਿਖਿਆ ਹੋਇਆ ਕਿਉਂਕਿ ਸਾਡੇ ਕੋਲ ਡੀ ਸੈੱਟ ਆਇਆ ਸੀਗਾ, ਤਾਂ ਡੀ ਸੈੱਟ ਦੇ ਵਿੱਚ 51 ਤੋਂ ਸ਼ੁਰੂ ਹੁੰਦੇ ਹੈਗੇ ਆਪਣੇ ਜੀਕੇ ਦੇ ਕੁਐਸਚਨ। ਸੋ ਮੈਂ ਕੁਐਸਚਨ ਦੇ ਨੰਬਰ ਉਹੀ ਰੱਖੇ ਹੈ ਤਾਂ ਕਿ ਤੁਹਾਨੂੰ ਅੱਗੇ ਆਨਸਰ ਕੀ ਲੱਭਣ ਦੇ ਵਿੱਚ, ਬਣਾਉਣ ਦੇ ਵਿੱਚ ਕੋਈ ਦਿੱਕਤ ਨਾ ਆਵੇ, ਠੀਕ ਹੈ ਜੀ। ਨੈਕਸਟ ਕੁਐਸਚਨ ਦੇ ਉੱਤੇ ਆਪਾਂ ਗੱਲ ਕਰੀਏ। ਅਗਲਾ ਸਵਾਲ ਹੈ, ਆਪਣੇ ਪੰਜਾਬ ਦੇ ਕਿਸ ਟਾਊਨ ਨੂੰ ਨਰਸਰੀ ਆਫ ਫੁੱਟਬਾਲ ਕਿਹਾ ਜਾਂਦਾ ਹੈ? ਨਰਸਰੀ ਆਫ ਫੁੱਟਬਾਲ ਦਾ ਮਤਲਬ ਕੀ ਹੈਗਾ? ਇੱਕ ਇਹੋ ਜੀ ਜਗ੍ਹਾ, ਦੇਖੋ ਨਰਸਰੀ ਕੀ ਹੁੰਦੀ ਹੈ? ਨਰਸਰੀ ਉਹ ਜਗ੍ਹਾ ਹੁੰਦੀ ਹੈ ਜਿੱਥੇ ਆਪਾਂ ਕਿਸੇ ਚੀਜ਼ ਦਾ ਪਾਲਣ ਕਰਦੇ ਹਾਂ, ਜਿਵੇਂ ਕਿ ਪਲਾਂਟਸ ਦਾ ਪਾਲਣ ਕਰਦੇ ਹਾਂ ਤਾਂ ਪਲਾਂਟਸ ਦੀ ਨਰਸਰੀ ਹੁੰਦੀ ਹੈ। ਛੋਟੇ ਬੱਚੇ ਜਿਹੜੇ ਹੁੰਦੇ ਉਹ ਨਰਸਰੀ 'ਚ ਪੜ੍ਹਨ ਵਾਸਤੇ ਜਾਂਦੇ ਹੈ, ਉਹਨਾਂ ਦੀ ਲਾਈਫ ਦੀ ਪਹਿਲੀ ਸਟੱਡੀ ਹੁੰਦੀ ਹੈ, ਰਾਈਟ। ਸੋ ਉਸੇ ਤਰੀਕੇ ਦੇ ਨਾਲ ਫੁੱਟਬਾਲ ਦੀ ਇੱਥੇ ਟ੍ਰੇਨਿੰਗ ਮਿਲਦੀ ਹੈ। ਫੁੱਟਬਾਲ ਦਾ ਇੱਥੇ ਜਿਹੜਾ ਹੈਗਾ ਉਹ ਸਾਰਾ ਦਾ ਸਾਰਾ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਤੇ ਉਹ ਬੱਚੇ ਫਿਰ ਇੰਡੀਆ ਲੈਵਲ, ਇੰਟਰਨੈਸ਼ਨਲ ਲੈਵਲ ਖੇਡਦੇ ਹੈ। ਸੋ ਕਿੰਨੇ ਕੁ ਫੁੱਟਬਾਲ ਪਲੇਅਰ ਜਿਹੜੇ ਹੈਗੇ ਆਪਣੇ ਇਸ ਏਰੀਆ ਦੇ ਵਿੱਚੋਂ ਨਿਕਲਦੇ ਹੈਗੇ ਟ੍ਰੇਨਿੰਗ ਕਰਕੇ, ਇਸ ਲਈ ਇਹ ਸਵਾਲ ਪੇਪਰ ਦੇ ਵਿੱਚ ਆਇਆ। ਸੋ ਆਨਸਰ ਬਣੂਗਾ ਜੀ ਇਹਦਾ ਮਾਹਿਲਪੁਰ। ਆ ਦੇਖੋ ਜੀ, ਆਨਸਰ ਬਣੂਗਾ ਬੀ ਆਪਸ਼ਨ ਮਾਹਿਲਪੁਰ। ਮਾਹਿਲਪੁਰ ਹੈਗਾ ਜੀ ਹੁਸ਼ਿਆਰਪੁਰ ਦੇ ਵਿੱਚ, ਠੀਕ ਹੈ। ਸੋ ਇਹ ਆਨਸਰ ਬਣੇਗਾ ਜੀ ਨਰਸਰੀ ਆਫ ਫੁੱਟਬਾਲ ਆਪਾਂ ਕਿਸ ਨੂੰ ਕਹਿੰਦੇ ਆ, ਠੀਕ ਹੈ। ਅਗਲਾ ਸਵਾਲ ਨੈਕਸਟ, ਬਹੁਤ ਹੀ ਕਾਮਨ ਜਿਹਾ ਸਵਾਲ ਜਿਹੜਾ ਕਿ ਜਨਰਲੀ ਆਪਾਂ ਨੂੰ ਪੁੱਛਿਆ ਜਾਵੇ ਨਾ ਪੁੱਛਿਆ ਜਾਵੇ ਲੇਕਿਨ ਕਲਾਸ 'ਚ ਡਿਸਕਸ਼ਨ ਦਾ ਕਾਰਨ ਜ਼ਰੂਰ ਬਣਦਾ ਹੈਗਾ। ਮਹਾਰਾਜਾ ਰਣਜੀਤ ਸਿੰਘ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀ? ਆਪਾਂ ਜਾਣਦੇ ਆ ਕਿ ਕੁੱਲ 12 ਮਿਸਲਾਂ ਸੀਗੀਆਂ ਤੇ ਉਹਨਾਂ 12 ਦੇ ਵਿੱਚੋਂ ਸ਼ੁਕਰ ਚੱਕੀਆ ਮਿਸਲ ਜਿਹੜੀ ਹੈ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਬਿਲੋਂਗ ਕਰਦੇ ਸੀ। ਸ਼ੁਕਰ ਚੱਕੀਆ ਮਿਸਲ ਦਾ ਨਿਰਮਾਣ ਮਹਾਰਾਜਾ ਚੜਤ ਸਿੰਘ ਜੀ ਨੇ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਮਹਾਰਾਜਾ ਮਹਾ ਸਿੰਘ ਜੀ ਨੇ ਸੰਭਾਲਿਆ ਤੇ ਸਭ ਤੋਂ ਵੱਧ ਜਿਹੜਾ ਆਪਣਾ ਐਮਪਾਇਰ ਨੂੰ ਅੱਗੇ ਲੈ ਕੇ ਗਏ ਉਹ ਸੀਗੇ ਜੀ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਜੀ। ਸੋ ਆਨਸਰ ਕੀ ਬਣਿਆ ਜੀ? ਬੀ ਆਪਸ਼ਨ। ਚੱਲਦੇ ਆ ਅਗਲੇ ਸਵਾਲ ਤੇ। ਫਿਰ ਸਵਾਲ ਦੇਖੋ, ਕਲਾਸ ਦੇ ਵਿੱਚ ਰੱਟੇ ਚੜਵਾਏ ਗਏ ਸੀਗੇ ਚੰਗੀ ਤਰ੍ਹਾਂ ਕਿ ਪੰਜਾਬ ਦਾ ਏਰੀਆ ਕਿੰਨਾ ਹੈਗਾ। ਮੈਂ ਬੋਲਿਆ ਸੀਗਾ ਬਾਰ-ਬਾਰ ਕਿ ਇਹਨੂੰ ਇੰਗਲਿਸ਼ ਦੇ ਵਿੱਚ ਯਾਦ ਨਾ ਕਰਿਓ, ਸਿੱਧਾ ਪੰਜਾਬੀ ਦੇ ਵਿੱਚ 50,362 ਸਕੁਅਰ ਕਿਲੋਮੀਟਰ। ਲੋ ਜੀ, ਆ ਸਵਾਲ ਸਿੱਧਾ ਪੇਪਰ 'ਚ ਆ ਗਿਆ ਸੀਗਾ, ਠੀਕ ਹੈ। 50,362 ਸਕੁਅਰ ਕਿਲੋਮੀਟਰ। ਸੋ ਆਨਸਰ ਕੀ ਬਣਿਆ ਜੀ ਇਹਦਾ? ਸੀ ਆਪਸ਼ਨ। ਚੱਲਦੇ ਹਾਂ ਅਗਲੇ ਸਵਾਲ ਤੇ। ਇਹ ਕੁਐਸਚਨ ਵੀ ਬੇਟਾ ਕਲਾਸ 'ਚ ਹਮੇਸ਼ਾ ਹੀ ਹੁੰਦਾ ਕਿਉਂਕਿ ਜਦੋਂ ਵੀ ਆਪਾਂ ਇਹ ਟੌਪਿਕ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਹੜੱਪਨ ਸਭਿਅਤਾ, ਤਾਂ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਟੌਪਿਕ ਦੀ ਡਿਸਕ੍ਰਿਪਸ਼ਨ ਦਿੰਦੇ ਹਾਂ ਕਿ ਆਖਿਰ ਟੌਪਿਕ ਦਾ ਇਹੋ ਜਿਹਾ ਨਾਮ ਪਿਆ ਤਾਂ ਕਿਉਂ ਪਿਆ। ਸਵਾਲ ਹੈ ਕਿ ਹੜੱਪਨ ਸਿਵਲਾਈਜੇਸ਼ਨ ਨੂੰ ਦੂਸਰੇ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਾਂ ਸਾਰੇ ਜਾਣਦੇ ਆ ਕਿ ਜਦੋਂ ਆਪਾਂ ਚੈਪਟਰ ਕਰਦੇ ਹਾਂ ਸਿੰਧੂ ਘਾਟੀ ਸਭਿਅਤਾ, ਸਿੰਧੂ ਘਾਟੀ ਸਭਿਅਤਾ ਨੂੰ ਹੀ ਆਪਾਂ ਹੜੱਪਨ ਸਭਿਅਤਾ ਨਾਲ ਸੰਬੋਧਿਤ ਕਰਦੇ ਹਾਂ। ਸੋ ਆਨਸਰ ਕੀ ਬਣੂਗਾ ਜੀ? ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਸਭਿਅਤਾ। ਕਿਉਂਕਿ ਸਿੰਧੂ ਕੀ ਹੈਗੀ ਹੈ? ਨਦੀ ਹੈਗੀ ਹੈ, ਠੀਕ ਹੈ। ਉਸ ਨਦੀ ਦੇ ਜਿਹੜੇ ਆਸੇ-ਪਾਸੇ ਵਾਲਾ ਏਰੀਆ ਹੈਗਾ ਉਹਨੂੰ ਘਾਟੀ ਯਾਨੀ ਕਿ ਵੈਲੀ ਕਹਿੰਦੇ ਆ ਆਪਾਂ, ਠੀਕ ਹੈ। ਤੇ ਸਿਵਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਸਭਿਅਤਾ। ਹੁਣ ਸਿੰਧੂ ਘਾਟੀ ਸਭਿਅਤਾ ਜਿਹੜੀ ਹੈ ਉਹ ਇਸ ਲਈ ਨਾਮ ਰੱਖਿਆ ਗਿਆ ਕਿਉਂਕਿ ਉੱਥੇ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਲੋਕ ਜਿਹੜੇ ਹੈਗੇ ਉਹ ਨਿਵਾਸ ਕਰਨ ਆਏ ਸੀਗੇ, ਲੋਕੀ ਉੱਥੇ ਰਹਿੰਦੇ ਸੀਗੇ, ਇਸ ਲਈ ਉਹਨੂੰ ਆਪਾਂ ਸਭਿਅਤਾ ਕਹਿ ਸਕਦੇ ਹਾਂ। ਲੇਕਿਨ ਇਹਨੂੰ ਆਪਾਂ ਹੜੱਪਨ ਸਭਿਅਤਾ ਕਿਉਂ ਕਿਹਾ? ਕਿਉਂਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਜਿਹੜਾ ਪਹਿਲਾ ਸ਼ਹਿਰ ਖੋਜਿਆ ਗਿਆ ਸੀਗਾ, ਫਸਟ ਸਿਟੀ ਜਿਹੜੀ ਹੈ ਖੋਜ ਕੇ ਆਪਣੇ ਸਾਹਮਣੇ ਪੇਸ਼ ਕੀਤੀ ਗਈ ਸੀਗੀ, ਉਹ ਸੀਗੀ ਜੀ ਹੜੱਪਾ। ਸੋ ਇਸੇ ਕਰਕੇ ਇਹਦਾ ਨਾਮ ਹੀ ਹੜੱਪਨ ਸਭਿਅਤਾ ਪੈ ਗਿਆ। ਹੜੱਪਾ ਇਸ ਟਾਈਮ ਪਾਕਿਸਤਾਨ ਦੇ ਵਿੱਚ ਹੈ।
1921 ਦੇ ਵਿੱਚ ਦਇਆ ਰਾਮ ਸਾਹਨੀ ਜੀ ਨੇ ਇਹਦੀ ਖੋਜ ਕਰ ਦਿੱਤੀ ਸੀਗੀ। ਠੀਕ ਹੈ ਜੀ। ਸੋ ਇਹ ਸਵਾਲ ਆਪਾਂ ਬਹੁਤ ਵਾਰ ਕਲਾਸ ਦੇ ਵਿੱਚ ਕਰਦੇ ਆ ਤੇ ਸੇਮ ਕੁਐਸਚਨ ਜਿਹੜਾ ਹੈਗਾ ਪੇਪਰ 'ਚ ਰਿਪੀਟ ਹੋ ਗਿਆ। ਚੱਲਦੇ ਆ ਅਗਲੇ ਸਵਾਲ ਤੇ। ਅਗਲਾ ਸਵਾਲ ਦੇਖੀਏ ਆਪਾਂ ਕੀ ਆਇਆ ਸੀਗਾ। ਮੌਰਿਆ ਐਮਪਾਇਰ ਦੀ ਨੀਂਹ ਪੱਥਰ ਕਿਹਨੇ ਰੱਖੀ ਸੀ? ਯਾਰ ਇਹ ਤਾਂ ਸਾਰੇ ਹੀ ਜਾਣਦੇ ਹੈਗੇ ਕਿ ਮੌਰਿਆ ਨੂੰ ਸ਼ੁਰੂ ਕਰਨ ਵਾਲਾ ਜਿਹੜਾ ਸੀਗੇ ਉਹ ਸੀਗੇ ਚੰਦਰਗੁਪਤ ਮੌਰਿਆ। ਠੀਕ ਹੈ। ਸਮੁद्रगुप्त गुप्ता वंश ਦੇ ਰਾਜਾ ਸੀਗੇ, ਇਹ ਗੁਪਤਾ ਵੰਸ਼ ਦੇ ਹੋਣਗੇ। ਠੀਕ ਹੈ ਜੀ। ਅਸ਼ੋਕ ਮੌਰਿਆ ਵੰਸ਼ ਦੇ ਸੀਗੇ ਲੇਕਿਨ ਚੰਦਰਗੁਪਤ ਮੌਰਿਆ ਦੇ ਪੋਤੇ ਸੀਗੇ। ਠੀਕ ਹੈ ਜੀ। ਸੋ ਇਹਨਾਂ ਦੇ ਪੋਤੇ ਸੀਗੇ। ਤੇ ਨੰਦ ਜਿਹੜੇ ਸੀਗੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜੀ ਨੰਦ ਰੂਲਰਸ ਜਿਹੜੇ ਸੀਗੇ ਉਹਨਾਂ ਨੇ ਨੰਦ ਵੰਸ਼ ਦੀ ਸਥਾਪਨਾ ਕੀਤੀ ਸੀ। ਮਹਾਪਦਮ ਨੰਦ ਤੋਂ ਸਥਾਪਨਾ ਹੋਈ ਸੀ ਤੇ ਧਨਾਨੰਦ ਦੇ ਉੱਤੇ ਉਹਦੀ ਸਥਾਪਨਾ ਜਿਹੜੀ ਹੈਗੀ ਹੈ ਖਤਮ ਹੋ ਗਈ ਸੀ। ਧਨਾਨੰਦ ਨੂੰ ਮਾਰਿਆ ਸੀਗਾ ਚੰਦਰਗੁਪਤ ਮੌਰਿਆ ਨੇ ਤੇ ਉੱਥੇ ਸ਼ਾਸਨ ਸ਼ੁਰੂ ਕਰ ਲਿਆ ਸੀਗਾ ਮੌਰਿਆ ਵੰਸ਼ ਦਾ। ਠੀਕ ਹੈ ਜੀ। ਸੋ ਕਲਾਸ 'ਚ ਬੜੀਆਂ ਚੀਜ਼ਾਂ ਆਈਆਂ। ਨੈਕਸਟ ਕੁਐਸਚਨ, ਸਾਂਚੀ ਸਤੂਪ ਕਿੱਥੇ ਹੈਗਾ? ਮੈਂ ਨਾ ਕਲਾਸ ਦੇ ਵਿੱਚ ਇੱਕ ਟੌਪਿਕ ਹਮੇਸ਼ਾ ਕਰਾਨੀ ਹੁੰਨੀ ਆ ਯੂਨੈਸਕੋ ਵਰਲਡ ਹੈਰੀਟੇਜ ਸਾਈਟ, ਕਿਉਂਕਿ ਮੈਨੂੰ ਪਤਾ ਹੈ ਕੁਐਸਚਨ ਪੇਪਰ ਦੇ ਵਿੱਚ ਆ ਟੌਪਿਕ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਯੂਨੈਸਕੋ ਵਰਲਡ ਹੈਰੀਟੇਜ ਸਾਈਟ ਜਿਹੜੀਆਂ ਹੈ ਆਪਣੇ ਇੰਡੀਆ ਦੇ ਵਿੱਚੋਂ 40 ਸਾਈਟਸ ਹੈਗੀਆਂ ਨੇ ਜਿਹੜੀ ਯੂਨੈਸਕੋ ਦੇ ਦੁਆਰਾ ਬਣਾਈ ਗਈ ਧਰੋਹਰ ਦੀ ਲਿਸਟ ਦੇ ਉੱਤੇ ਅਪਡੇਟਡ ਹੈਗੀਆਂ। ਠੀਕ ਹੈ। ਕੋਸ਼ਿਸ਼ ਕਰ ਰਹੇ ਹਾਂ ਆਪਾਂ ਹੋਰ ਵੀ ਬਣੇ ਲੇਕਿਨ ਹਲੇ ਤੱਕ ਕੇਵਲ 40 ਹੈਗੀਆਂ ਨੇ। ਉਹਨਾਂ 40 ਦੇ ਵਿੱਚ ਸਾਂਚੀ ਸਤੂਪ ਮੈਂ ਹਮੇਸ਼ਾ ਕਰਾਂਦੀ ਸੀਗੀ ਕਿ ਸਾਂਚੀ ਸਤੂਪ ਵੀ ਇਸ ਦਾ ਹਿੱਸਾ ਹੈਗਾ। ਠੀਕ ਹੈ ਜੀ। ਤਾਂ ਉਹ ਹੈਗਾ ਜੀ ਆਪਣੇ ਕੋਲੇ ਕਿੱਥੇ ਜੀ? ਭੋਪਾਲ ਮੱਧ ਪ੍ਰਦੇਸ਼ ਦੇ ਵਿੱਚ। ਠੀਕ ਹੈ ਜੀ। ਸੋ ਜਿਹੜੀ ਚੀਜ਼ਾਂ ਫੇਮਸ ਹੁੰਦੀਆਂ ਨੇ ਨਾ ਉਹ ਜ਼ਰੂਰ ਆਉਂਦੀਆਂ ਨੇ। ਡਿਪੈਂਡ ਨਹੀਂ ਕਰਦਾ ਕਿ ਤੁਹਾਡਾ ਪੇਪਰ ਪੰਜਾਬ ਦਾ ਹੈ ਤਾਂ ਤੁਹਾਨੂੰ ਮੱਧ ਪ੍ਰਦੇਸ਼ ਤੋਂ ਸਵਾਲ ਕਿਉਂ ਆਇਆ ਹੈ। ਠੀਕ ਹੈ ਜੀ। ਸੋ ਐਕਚੁਅਲੀ ਦੇ ਵਿੱਚ ਜਿਹੜਾ ਹੈਗਾ ਉਹ ਚੀਜ਼ਾਂ ਹੈ ਜਿਹੜੀਆਂ ਫੇਮਸ ਹੋਣਗੀਆਂ ਉਹ ਪੇਪਰ 'ਚ ਆਣਗੀਆਂ, ਫਿਰ ਉਹ ਚਾਹੇ ਕਿਸੇ ਮਰਜ਼ੀ ਸਟੇਟ ਦੀ ਹੋਵੇ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇ ਉੱਤੇ ਆਪਾਂ ਚੱਲੀਏ ਜੀ। 1857 ਦਾ ਰਿਵੋਲਟ ਕਿੱਥੋਂ ਸਟਾਰਟ ਹੁੰਦਾ ਹੈ? ਜਿਵੇਂ ਕਿ ਯਾਰ ਆਪਾਂ ਸਾਰੇ ਕਲਾਸ ਦੇ ਵਿੱਚ ਡਿਸਕਸ ਕਰਦੇ ਸੀਗੇ ਕਿ 1857 ਦਾ ਜਿਹੜਾ ਵਿਦਰੋਹ ਹੈ ਇਹ ਸਿਪਾਹੀਆਂ ਦੇ ਦੁਆਰਾ ਛੇੜਿਆ ਗਿਆ ਵਿਦਰੋਹ ਸੀਗਾ। ਠੀਕ ਹੈ। ਅੰਗਰੇਜ਼ ਸਰਕਾਰ ਦੀ ਜਿਹੜੀ ਆਰਮੀ ਸੀਗੀ ਉਹਦੇ ਵਿੱਚ ਆਪਣੇ ਇੰਡੀਅਨ ਲੋਕੀ ਸਿਪਾਹੀ ਦੇ ਤੌਰ ਤੇ ਕੰਮ ਕਰਦੇ ਸੀ। ਜਦੋਂ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਮਹਿਸੂਸ ਕੀਤੀਆਂ ਜਿਵੇਂ ਕਿ ਉਹਨਾਂ ਦੀ ਮਤਲਬ ਸੈਲਰੀ ਬਹੁਤ ਜ਼ਿਆਦਾ ਘੱਟ ਹੁੰਦੀ ਸੀ, ਇਕਨੋਮਿਕ ਕ੍ਰਾਈਸਿਸ ਹੁੰਦੇ ਸੀਗੇ। ਠੀਕ ਹੈ। ਸਾਰਾ ਕੁਝ ਮਤਲਬ ਉਹ ਵਿਚਾਰੇ ਝੇਲਦੇ ਜਾ ਰਹੇ ਸੀ ਲੇਕਿਨ ਫਾਈਨਲੀ ਕੀ ਹੋਇਆ ਸੀਗਾ? ਫਾਈਨਲੀ ਜਦੋਂ ਉਹਨਾਂ ਨੂੰ ਕਿਹਾ ਗਿਆ ਨਾ ਕਿ ਆ ਜਿਹੜੇ ਨਵੇਂ ਐਨਫੀਲਡ ਰਾਈਫਲ ਇਹਦੇ ਚ ਕਾਰਤੂਸ ਭਰਨਾ ਹੈ, ਕਾਰਤੂਸ ਮੂੰਹ ਨਾਲ ਤੋੜ ਕੇ ਭਰਿਆ ਜਾਂਦਾ ਸੀਗਾ। ਉਹਦੇ ਵਿੱਚ ਕਿਸੇ ਨੇ ਅਫਵਾਹ ਫੈਲਾਤੀ ਸੀਗੀ ਕਿ ਇਹ ਤਾਂ ਕਾਓ ਤੇ ਪਿਗ ਦੀ ਜਿਹੜੀ ਚਰਬੀ ਹੁੰਦੀ ਹੈ ਨਾ ਉਹਦੇ ਮਾਸ ਦੀ ਜਿਹੜੀ ਚਰਬੀ ਹੁੰਦੀ ਹੈ ਉਹਦਾ ਤੇਲ ਕੱਢ ਕੇ ਗਰੀਸ ਲਾਇਆ ਹੋਇਆ ਹੈ, ਜਿਹਦੇ ਕਰਕੇ ਹਿੰਦੂ ਮੁਸਲਿਮ ਸੈਂਟੀਮੈਂਟ ਦੋਨੇ ਹੀ ਭੜਕ ਗਏ, ਜਿਹਦੇ ਕਰਕੇ ਕੀ ਹੋਇਆ ਜੀ? ਮੇਰਠ ਤੋਂ ਇਹ ਲੜਾਈ ਸ਼ੁਰੂ ਹੋਈ। ਠੀਕ ਹੈ। ਸੋ ਮੇਰਠ ਦੇ ਵਿੱਚੋਂ ਇਹ ਚੱਲੇ ਸੀਗੇ, ਸ਼ੁਰੂ ਹੋਏ ਸੀ ਸਾਰੇ ਸਿਪਾਹੀ। ਮੰਗਲ ਪਾਂਡੇ ਜੀ ਨੇ ਆਪਣੇ ਸੀਨੀਅਰ ਆਫੀਸਰਸ ਨੂੰ ਗੋਲੀ ਮਾਰੀ, ਉਹਨਾਂ ਤੋਂ ਹੀ ਇਹ ਵਿਦਰੋਹ ਸ਼ੁਰੂ ਹੋ ਗਿਆ ਸੀਗਾ। ਫਿਰ ਮੇਰਠ ਤੋਂ ਚਲਦੇ ਚਲਦੇ ਇਹ ਦਿੱਲੀ ਆਉਂਦੇ ਹੈ ਤੇ ਦਿੱਲੀ ਕਿਉਂ ਆਉਂਦੇ ਹੈ ਉਹਦਾ ਸਿਰਫ ਇੱਕੋ ਹੀ ਰੀਜ਼ਨ ਹੈ ਕਿਉਂਕਿ ਆਪਣੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਿੱਲੀ 'ਚ ਬੈਠੇ ਹੈ ਤੇ ਅਗਰ ਸ਼ਹਿਨशाह ਹਿੰਦੁਸਤਾਨ ਸਪੋਰਟ ਦੇ ਵਿੱਚ ਆ ਜਾਏਗਾ ਤਾਂ ਮਤਲਬ ਪੂਰਾ ਇੰਡੀਆ ਆਪਾਂ ਸਪੋਰਟ 'ਚ ਮੰਨ ਸਕਦੇ ਆ। ਠੀਕ ਹੈ ਜੀ। ਸੋ ਇਸ ਲਈ ਮੇਰਠ ਤੋਂ ਇਹ ਸ਼ੁਰੂ ਹੋਇਆ ਸੀਗਾ ਤੇ ਦਿੱਲੀ ਤੱਕ ਇਹ ਗਏ ਸੀ। ਵਿੱਚ ਇਹਨਾਂ ਨੂੰ ਬਹੁਤ ਸਾਰੇ ਰਾਜਿਆਂ ਨੇ ਮਤਲਬ ਜੁਆਇਨ ਕੀਤਾ, ਨਾਨਾ ਸਾਹਿਬ, ਤਾਂਤਿਆ ਟੋਪੇ, ਮਹਾਰਾਣੀ ਲక్ష్ਮੀ ਬਾਈ, ਇਸ ਤਰੀਕੇ ਦੇ ਕਾਫੀ ਸਾਰੇ ਲੋਕੀ ਸੀ। ਠੀਕ ਹੈ ਜੀ। ਸੋ ਯਾਦ ਰੱਖਣਾ ਹੈ ਬੇਟਾ ਜੋ ਚੀਜ਼ਾਂ ਕਲਾਸ 'ਚ ਕੀਤੀ ਸੀਗੀ ਉਹਦਾ ਬਿਲਕੁਲ ਬੇਸਿਕ ਸਵਾਲ ਹੈ। ਅਗਲਾ ਸਵਾਲ ਇਹ ਵੀ ਆਪਣਾ ਕੀਤਾ ਹੋਇਆ ਹੈ ਕਿ ਗਾਂਧੀ ਜੀ ਨੇ ਪਹਿਲੀ ਵਾਰੀ ਸੱਤਿਆਗ੍ਰਹਿ ਕਿੱਥੇ ਕੀਤਾ ਸੀ? ਤਾਂ ਮੈਂ ਤੁਹਾਨੂੰ ਪੇਪਰ ਦੇ ਵਿੱਚ ਮਤਲਬ ਕਲਾਸ ਦੇ ਵਿੱਚ ਇਹ ਗੱਲ ਦੱਸੀ ਸੀਗੀ ਕਿ ਅਗਰ ਤਾਂ ਸਵਾਲ ਆਊਗਾ ਕਿ ਗਾਂਧੀ ਜੀ ਨੇ ਆਪਣੀ ਪਹਿਲਾ ਸੱਤਿਆਗ੍ਰਹਿ, ਜ਼ਿੰਦਗੀ ਦਾ ਪਹਿਲਾ ਸੱਤਿਆਗ੍ਰਹਿ ਕਿੱਥੇ ਕੀਤਾ ਸੀ ਤਾਂ ਤੁਸੀਂ ਸਾਊਥ ਅਫਰੀਕਾ ਟਿਕ ਕਰਕੇ ਆਣਾ, ਕਿਉਂਕਿ ਟਰਾਂਸਵਾਲ ਦੇ ਵਿੱਚ ਉਹ ਨੌਕਰੀ ਕਰਦੇ ਸੀ ਤੇ ਉੱਥੋਂ ਦੇ ਕਾਲੇ ਕਾਨੂੰਨਾਂ ਦੇ ਅਗੇਂਸਟ ਉਹਨਾਂ ਨੇ ਕੀ ਕੀਤਾ ਸੀਗਾ? ਸੱਤਿਆਗ੍ਰਹਿ। ਲੇਕਿਨ ਅਗਰ ਫਸਟ ਟਾਈਮ ਇੰਡੀਆ ਪੁੱਛ ਲਿਆ ਜਾਂਦਾ ਫਿਰ ਤਾਂ ਤੁਸੀਂ ਜੀ ਚੰਪਾਰਨ ਦਾ ਸੱਤਿਆਗ੍ਰਹਿ 1917 ਵਾਲਾ ਕਰਕੇ ਆਣਾ ਸੀ। ਠੀਕ ਹੈ ਜੀ। ਸੋ ਇਹਨਾਂ ਨੇ ਪੁੱਛਿਆ ਕੀ ਸੀਗਾ ਜੀ? ਕਿੱਥੇ ਪਹਿਲੀ ਵਾਰੀ ਕੀਤਾ ਹੈ? ਇੰਡੀਆ ਦਾ ਨਾਮ ਹੀ ਨਹੀਂ ਕਿਤੇ ਲਿਆ ਹੋਇਆ, ਇਸ ਕਰਕੇ ਜੀ ਸਾਊਥ ਅਫਰੀਕਾ ਤੁਹਾਡਾ ਆਨਸਰ ਜਮਾ ਸਹੀ ਹੋਊਗਾ, ਬੀ ਆਪਸ਼ਨ। ਠੀਕ ਹੈ ਬੇਟਾ। ਚੱਲਦੇ ਅਗਲੇ ਸਵਾਲ ਤੇ। ਅਗਲਾ ਸਵਾਲ ਕੀ ਹੈ? ਇਹਨਾਂ ਵਿੱਚੋਂ ਕਿਹੜੇ ਮੋਡਰੇਟ ਲੀਡਰ ਸੀਗੇ? ਯਾਦ ਹੈ ਆਪਾਂ ਇੱਕ ਗੱਲ ਪੜ੍ਹੀ ਸੀਗੀ ਕਿ 1907 ਦੇ ਵਿੱਚ ਜਦੋਂ ਸੂਰਤ ਦੇ ਵਿੱਚ ਸੈਸ਼ਨ ਹੋਇਆ ਸੀ ਤਾਂ ਉਸ ਸੈਸ਼ਨ ਦੇ ਦੌਰਾਨ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਦੋ ਟੁਕੜੇ ਹੋ ਗਏ ਸੀਗੇ। ਕੁਝ ਲੋਕੀ ਬਣ ਗਏ ਸੀ ਗਰਮ ਦਲ ਵਾਲੇ, ਕੁਝ ਲੋਕੀ ਬਣ ਗਏ ਸੀ ਨਰਮ ਦਲ ਵਾਲੇ। ਤੇ ਗਰਮ ਦਲ ਵਾਲੇ ਜਿਹੜੇ ਲੋਕ ਸੀਗੇ, ਠੀਕ ਹੈ ਜੀ, ਉਹ ਗਰਮ ਵਿਚਾਰਾਂ ਵਾਲੇ ਜਿਹੜੇ ਲੋਕ ਸੀ ਨਾ ਉਸ 'ਚ ਮੈਂ ਤਿੰਨ ਬੰਦੇ ਹਮੇਸ਼ਾ ਲਿਖਵਾਨੀ ਹੁੰਨੀ ਹਾਂ, ਲਾਲ, ਬਾਲ ਅਤੇ ਪਾਲ, ਜਿਹਦੇ ਕਰਕੇ ਲਾਲ ਤੋਂ ਲਾਲਾ ਲਾਜਪਤ ਰਾਏ, ਬਾਲ ਤੋਂ ਬਾਲ ਗੰਗਾਧਰ ਤਿਲਕ ਸਾਹਿਬ ਤੇ ਪਾਲ ਤੋਂ ਬਿਪਿਨ ਚੰਦਰ ਪਾਲ, ਇਹ ਹਮੇਸ਼ਾ ਲਿਖਾਉਂਦੇ ਆ।
ਸੋ ਆਨਸਰ ਕੀ ਬਚ ਗਿਆ ਜੀ ਆਪਣੇ ਕੋਲੇ? ਗੋਪਾਲ ਕ੍ਰਿਸ਼ਨ ਗੋਖਲੇ। ਵੈਸੇ ਵੀ ਗੋਪਾਲ ਕ੍ਰਿਸ਼ਨ ਗੋਖਲੇ ਪੋਲੀਟੀਕਲ ਲੀਡਰ ਸੀਗੇ, ਗਾਂਧੀ ਜੀ ਦੇ ਗੁਰੂ ਮੰਨੇ ਜਾਂਦੇ ਹੈਗੇ ਇਹ ਪੋਲਿਟਿਕਸ ਦੇ ਵਿੱਚ, ਠੀਕ ਹੈ। ਸੋ ਗੋਪਾਲ ਕ੍ਰਿਸ਼ਨ ਗੋਖਲੇ ਵੈਸੇ ਹੀ ਨਰਮ ਦਲ ਦੇ ਬੰਦੇ ਸੀ, ਸੋ ਆਪਾਂ ਨੂੰ ਗਰਮ ਨਹੀਂ ਪੁੱਛਿਆ ਸੀ, ਆਪਾਂ ਨੂੰ ਨਰਮ ਪੁੱਛਿਆ ਸੀ, ਠੀਕ ਹੈ। ਸੋ ਇਹ ਕਨਸੈਪਟ ਅਗਰ ਆਪਾਂ ਕੀਤਾ ਹੋਇਆ ਹੈ ਕਲਾਸ ਦੇ ਵਿੱਚ ਤਾਂ ਦੈਟ ਮੀਨਸ ਤੁਹਾਡਾ ਆਨਸਰ ਬਿਲਕੁਲ ਸਹੀ ਹੋਊਗਾ। ਤਾਂ ਆਨਸਰ ਕੀ ਬਣੂਗਾ ਜੀ? ਡੀ ਆਪਸ਼ਨ। ਚੱਲਦੇ ਆ ਅਗਲੇ ਸਵਾਲ ਤੇ। ਬੜਾ ਹੀ ਬੇਸਿਕ ਜਿਹਾ ਸਵਾਲ, ਜਦੋਂ ਵੀ ਆਪਾਂ ਐਟਮੋਸਫੀਅਰ ਦਾ ਚੈਪਟਰ ਸ਼ੁਰੂ ਕਰਦੇ ਸੀਗੇ ਤਾਂ ਆਪਾਂ ਹਮੇਸ਼ਾ ਇਹ ਦੇਖਦੇ ਸੀ ਕਿ ਆਪਣੇ ਐਟਮੋਸਫੀਅਰ ਦੇ ਵਿੱਚ, ਵਾਯੂਮੰਡਲ ਦੇ ਵਿੱਚ ਗੈਸਸ ਦੀ ਮਾਤਰਾ ਕੀ ਕੁਝ ਹੈਗੀ ਹੈ, ਜਿਹਦੇ ਵਿੱਚ ਆਪਾਂ ਕਹਿੰਦੇ ਸੀਗੇ ਕਿ ਸਭ ਤੋਂ ਵੱਧ ਹੈਗੀ ਹੈ ਨਾਈਟ੍ਰੋਜਨ 78%, ਫਿਰ 21% ਜਿਹੜੀ ਹੈ ਆਕਸੀਜਨ ਆਪਣੇ ਕੋਲੇ ਆਂਦੀ ਹੈ। ਸੋ ਫਿਲਹਾਲ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਦੀ ਵੈਲਿਊ ਪੁੱਛੀ ਹੈ ਜਿਹੜੀ ਕਿ ਕਿੰਨੀ ਹੈ? 78%। ਤਾਂ ਆਨਸਰ ਕੀ ਬਣਿਆ ਜੀ ਆਪਣਾ? ਡੀ ਆਪਸ਼ਨ, ਠੀਕ ਹੈ। ਅਗੇਨ ਬਹੁਤ ਸੌਖਾ ਸਵਾਲ ਸੀਗਾ। ਨੈਕਸਟ ਕੁਐਸਚਨ, ਪੈਟਰੋਲੀਅਮ ਇਜ਼ ਆਲਸੋ ਫੇਮਸ ਐਜ਼। ਹੁਣ ਮਤਲਬ ਕਈ ਵਾਰੀ ਕੀ ਹੁੰਦਾ ਹੈ, ਆਪਾਂ ਬੜੇ ਐਕਸਾਈਟਡ ਹੋ ਜਾਂਦੇ ਆ ਤੇ ਪੈਟਰੋਲ ਲਿਖ ਦਿੰਦੇ ਆ, ਠੀਕ ਹੈ ਜੀ। ਤਾਂ ਐਕਚੁਅਲੀ ਬੇਟਾ ਪੈਟਰੋਲੀਅਮ ਪੂਰਾ ਨਾਮ ਹੈ ਤੇ ਪੈਟਰੋਲ ਜਿਹੜਾ ਹੈਗਾ ਛੋਟਾ ਨਾਮ ਹੈ। ਲੇਕਿਨ ਪ੍ਰੋਬਲਮ ਇਹ ਹੈ, ਇਹਨਾਂ ਨੇ ਪੁੱਛਿਆ ਕੀ ਹੈ ਫੇਮਸ ਕਿਸ ਚੀਜ਼ ਨਾਲ ਹੈ, ਠੀਕ ਹੈ ਜੀ। ਤਾਂ ਇਹਨੂੰ ਪੈਟਰੋਲ ਨਹੀਂ ਕਹਿਣਾ ਜੀ, ਇਹਨੂੰ ਕਰੂਡ ਆਇਲ ਕਹਿਣਾ ਹੈ। ਇਹ ਕੱਚਾ ਤੇਲ ਹੈ, ਕੱਚੇ ਤੇਲ ਦੇ ਵਿੱਚੋਂ ਹੀ ਪੈਟਰੋਲੀਅਮ ਬਣਦਾ ਤੇ ਫਿਰ ਉਸ ਨੂੰ ਰਿਫਾਈਨ ਕਰਕੇ ਆਪਾਂ ਪੈਟਰੋਲ ਨੂੰ ਬਣਾਉਂਦੇ ਹੈਗੇ ਆ, ਠੀਕ ਹੈ। ਤਾਂ ਪੈਟਰੋਲੀਅਮ ਇਜ਼ ਕੱਚਾ ਤੇਲ, ਕਰੂਡ ਆਇਲ, ਠੀਕ ਹੈ ਜੀ। ਸੋ ਆ ਦੇਖ ਸਕਦੇ ਹੋ ਤੁਸੀਂ ਕੱਚਾ ਤੇਲ ਹੈਗਾ, ਸੋ ਇਹਦਾ ਆਨਸਰ ਸੀ ਆਪਸ਼ਨ ਬਣੇਗਾ। ਨੈਕਸਟ ਕੁਐਸਚਨ ਦੇ ਉੱਤੇ ਆਪਾਂ ਡਿਸਕਸ਼ਨ ਕਰੀਏ ਆਪਣਾ। ਅਗਲਾ ਸਵਾਲ ਦੇਖੋ, ਗੋਇਟਰ ਯਾਨੀ ਕਿ ਜਿਹੜਾ ਤੁਸੀਂ ਦੇਖਦੇ ਹੋ ਨਾ ਘੇਂਗਾ, ਗਲੇ ਦੇ ਵਿੱਚ ਇੱਕ ਲੰਪ ਜਾ ਬਣ ਜਾਂਦਾ ਹੈਗਾ, ਠੀਕ ਹੈ। ਤੁਸੀਂ ਦੇਖਦੇ ਹੋਵੋਗੇ ਟੀਵੀ ਦੇ ਵਿੱਚ ਐਡ ਆਉਂਦੀ ਹੈਗੀ ਹੈ। ਗੋਇਟਰ ਯਾਨੀ ਕਿ ਘੇਂਗਾ ਜਿਹੜਾ ਹੈਗਾ, ਜਾਂ ਫਿਰ ਗਿੱਲੜ ਕਹਿ ਦਿੰਦੇ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਜਿਹੜਾ ਘੇਂਗਾ ਹੈ ਜਾਂ ਗੋਇਟਰ ਹੈ ਉਹ ਕਿਸ ਚੀਜ਼ ਦੀ ਡੈਫੀਸ਼ੀਐਂਸੀ ਨਾਲ ਬਣਦਾ ਹੈ? ਯਾਰ ਬਚਪਨ ਤੋਂ ਟੀਵੀ ਤੇ ਤੁਸੀਂ ਦੇਖਦੇ ਆ ਰਹੇ ਹੋ ਐਡ ਵਗੈਰਾ, ਆਇਓਡੀਨ ਦੀ ਕਮੀ ਹੋਵੇ ਤਾਂ ਆਪਾਂ ਨੂੰ ਘੇਂਗਾ ਹੋ ਜਾਂਦਾ ਹੈ, ਘੇਂਗਾ ਸੰਬੰਧਿਤ ਸਮੱਸਿਆ ਹੋ ਜਾਂਦੀ ਹੈ, ਠੀਕ ਹੈ ਜੀ। ਸੋ ਇਹਦਾ ਆਨਸਰ ਕੀ ਬਣੂਗਾ ਜੀ? ਅਗੇਨ ਬੀ ਆਪਸ਼ਨ, ਠੀਕ ਹੈ। ਨੈਕਸਟ ਅਗਲਾ ਸਵਾਲ ਦੇਖੋ ਜੀ। ਅਗਲਾ ਸਵਾਲ ਆਇਆ ਸੀ ਜੀਐਸਟੀ ਦਾ ਫੁੱਲ ਫਾਰਮ। ਕਿੱਡਾ ਸੌਖਾ ਕੰਮ ਹੈਗਾ ਨਾ। ਆਪਾਂ 101 ਅਮੈਂਡਮੈਂਟ ਐਕਟ ਜਿਹੜਾ ਹੈ ਪੜਿਆ ਸੀਗਾ ਤੇ ਉਹਦੇ ਵਿੱਚ ਆਪਾਂ ਜੀਐਸਟੀ ਕੀਤਾ ਸੀ। ਇਕਨੋਮਿਕਸ ਪੜਿਆ ਸੀ, ਚਲੋ ਆਪਾਂ ਇਕਨੋਮਿਕਸ 'ਚ ਆਪਾਂ ਜੀਐਸਟੀ ਕੀਤਾ ਸੀਗਾ। ਜਾਂ ਫਿਰ ਤੁਸੀਂ ਯਾਰ ਆਮ ਦੁਕਾਨਾਂ ਤੇ ਜਾਂਦੇ ਹੋ ਸਮਾਨ ਲੈਣ ਵਾਸਤੇ, ਤੁਹਾਨੂੰ ਜੀਐਸਟੀ ਪੈਂਦਾ ਹੈਗਾ, ਗੁੱਡਸ ਐਂਡ ਸਰਵਿਸਿਜ਼ ਟੈਕਸ। ਆਪਣੇ ਬਿੱਲ ਦੇ ਉੱਤੇ ਵੀ ਦੇਖ ਲੈਂਦੇ ਨਾ ਤਾਂ ਵੀ ਆਨਸਰ ਤੁਹਾਡਾ ਸਹੀ ਸੀਗਾ, ਠੀਕ ਹੈ ਜੀ। ਸੋ ਚਲੋ ਇਹਦਾ ਆਨਸਰ ਕੀ ਹੈ? ਗੁੱਡਸ ਐਂਡ ਸਰਵਿਸਿਜ਼ ਟੈਕਸ, ਠੀਕ ਹੈ ਜੀ। ਨੈਕਸਟ ਕੁਐਸਚਨ, ਅਗਲਾ ਸਵਾਲ ਹੈ which government authority issues the currency notes in India? ਆਪਾਂ ਸਾਰੇ ਜਾਣਦੇ ਆ ਕਿ ਅਗਰ ਆਪਾਂ ਕਰੰਸੀ ਦੀ ਗੱਲ ਕਰੀਏ, ਠੀਕ ਹੈ ਜੀ, 1 ਰੁਪਏ ਦਾ ਨੋਟ ਛੱਡ ਕੇ ਤੇ ਸਿੱਕੇ ਛੱਡ ਕੇ, ਕਿਉਂਕਿ ਸਿੱਕੇ ਜਿਹੜੇ ਹੈਗੇ ਮਿੰਟ ਦੇ ਵਿੱਚ ਬਣਾਏ ਜਾਂਦੇ ਹੈ, ਕੋਇਨ ਮਿੰਟ ਦੇ ਵਿੱਚ, ਠੀਕ ਹੈ। ਲੇਕਿਨ ਜਿਹੜੀ ਕਰੰਸੀ ਕੌਣ ਇਸ਼ੂ ਕਰਦਾ ਹੈ? ਆਪਣੇ ਦੇਸ਼ ਨੂੰ, ਠੀਕ ਹੈ। ਇਸ਼ੂ ਕਰਨ ਦਾ ਮਤਲਬ ਕੀ ਹੁੰਦਾ ਹੈ? ਜਿਹਦੇ ਉੱਤੇ ਉਸ ਦਾ ਮਤਲਬ ਮੋਹਰ ਲੱਗੀ ਹੋਵੇ, ਸਾਈਨ ਹੋਵੇ। ਤੇ ਆਪਾਂ ਸਾਰੇ ਜਾਣਦੇ ਆ ਕਿ ਆਰਬੀਆਈ ਦੇ ਗਵਰਨਰ ਦੇ ਸਾਈਨ ਹੁੰਦੇ ਹੈਗੇ ਆ, ਠੀਕ ਹੈ ਜੀ। ਤਾਂ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈ ਇਹ ਆਪਣੇ ਦੇਸ਼ ਦੇ ਵਿੱਚ ਕਰੰਸੀਜ਼ ਨੂੰ ਇਸ਼ੂ ਕਰਦਾ ਹੈ। ਉਹ ਲਿਖਿਆ ਹੁੰਦਾ ਨਾ ਨੋਟ ਦੇ ਉੱਤੇ, ਮੈਂ ਧਾਰਕ ਕੋ 10 रुपए देने का वचन अदा करता हूं, इस तरीके की गल्लां लिखियां ਹੁੰਦੀਆਂ, ठीक है जी। सो इस ਲਈ ਰਿਜ਼ਰਵ ਬੈਂਕ ਆਫ ਇੰਡੀਆ ਅਥਾਰਟੀ ਹੈਗੀ ਹੈ ਜਿਹੜੀ ਕਰੰਸੀ ਇਸ਼ੂ ਕਰਦੀ ਹੈ ਆਪਣੇ ਇੰਡੀਆ ਦੇ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ, ਅਗਲਾ ਸਵਾਲ ਦੇਖੋ, ਚੈਟ ਜੀਪੀਟੀ ਕਿੰਨਾ ਇਸਤੇਮਾਲ ਕਰਦੇ ਆ ਆਪਾਂ ਅੱਜ ਕੱਲ ਨਾ ਇਸ ਚੀਜ਼ ਦਾ। ਆਰਟੀਫਿशियल ਇੰਟੈਲੀਜੈਂਸ ਚੈਟਬॉट ਹੈ ਤੇ ਇਹ ਕਿਸਨੇ ਡਿਵੈਲਪ ਕੀਤਾ? ਆਪਣੀ ਕਰੰਟ ਅਫੇਅਰ ਦੀ ਵੀਡੀਓਜ਼ ਵਗੈਰਾ ਵੀ ਲਾਂਚ ਕੀਤੀ ਸੀ ਮੈਂ ਤੁਹਾਨੂੰ ਕਰੰਟ ਅਫੇਅਰ ਦੇ ਨੋਟਸ ਵੀ ਸੈਂਡ ਕੀਤੇ ਸੀਗੇ ਟੈਲੀਗ੍ਰਾਮ ਚੈਨਲ ਤੇ। ਉਹਦੇ ਵਿੱਚ ਵੀ ਆ ਸਵਾਲ ਸਿੱਧਾ ਸਿੱਧਾ ਪਿਆ ਹੈਗਾ ਕਿ ਚੈਟ ਜੀਪੀਟੀ ਓਪਨ ਏਆਈ ਦੇ ਦੁਆਰਾ ਬਣਾਇਆ ਜਾਂਦਾ ਹੈ। ਤੁਸੀਂ ਗੂਗਲ ਤੇ ਚੈਟ ਜੀਪੀਟੀ ਵੀ ਲਿਖੋਗੇ ਨਾ ਤਾਂ ਵੀ ਆਪਣੇ ਆਪ ਹੀ ਓਪਨ ਏਆਈ ਦੀ ਵੈਬਸਾਈਟ ਆ ਜਾਊਗੀ ਸਭ ਤੋਂ ਅੱਗੇ, ਠੀਕ ਹੈ ਜੀ। ਸੋ ਓਪਨ ਏਆਈ ਨੇ ਜਿਹੜਾ ਹੈਗਾ ਚੈਟ ਜੀਪੀਟੀ ਬਣਾਇਆ ਹੈਗਾ, ਆਰਟੀਫਿशियल ਇੰਟੈਲੀਜੈਂਸ ਚੈਟਬॉट ਹੈ। ਤੁਸੀਂ ਇਹਦੇ ਨਾਲ ਗੱਲਾਂ ਕਰੋਗੇ, ਕੁਝ ਟਾਈਪ ਕਰੋਗੇ, ਉਹ ਤੁਹਾਨੂੰ ਆਨਸਰ ਦੇਗਾ, ਠੀਕ ਹੈ, ਜਿਵੇਂ ਕਿ ਇੱਕ ਹਿਊਮਨ ਆਨਸਰ ਦਿੰਦਾ ਹੁੰਦਾ ਹੈ, ਠੀਕ ਹੈ। ਸੋ ਉਧਰ ਇੱਕ ਮਸ਼ੀਨ ਰੱਖੀ ਹੋਈ ਹੈ ਜਿਹੜੀ ਆਨਸਰ ਦਿੰਦੀ ਹੈ। ਨੈਕਸਟ ਕੁਐਸਚਨ, ਨੇਮ ਦੀ ਆਥਰ ਆਫ ਮੇਰੇ ਰਾਹਾਂ ਦੇ ਰੰਗ। ਸੋ ਮੇਰੇ ਰਾਹਾਂ ਦੇ ਰੰਗ ਦੇ ਆਥਰ ਜਿਹੜੇ ਹੈਗੇ ਉਹ ਕੌਣ ਕੌਣ ਹੈ? ਸਾਰੇ ਹੀ ਜਾਣਦੇ ਆ, ਸਰਦਾਰ ਵੰਜਾਰਾ ਬੇਦੀ, ਠੀਕ ਹੈ ਜੀ। ਸੋ SS ਵੰਜਾਰਾ ਬੇਦੀ ਜਿਹੜੇ ਹੈਗੇ ਆ ਇਹਨਾਂ ਦੇ ਆਥਰ ਹੈਗੇ ਨੇ ਮੇਰੇ ਰਾਹਾਂ ਦੇ ਰੰਗ। ਸੋ 67 ਦਾ ਆਨਸਰ ਕੀ ਬਣਿਆ ਜੀ? ਬੀ ਆਪਸ਼ਨ। ਜਿਵੇਂ ਕਿ ਆਪਾਂ ਕਲਾਸ 'ਚ ਡਿਸਕਸ ਕੀਤਾ ਸੀਗਾ ਕਿ ਆਥਰ ਦੇ ਵਿੱਚੋਂ ਇੱਕ ਅੱਧੇ ਸਵਾਲ ਪੇਪਰ 'ਚ ਆਣਗੇ ਹੀ ਆਣਗੇ, ਤਾਂ ਉਹ ਆ ਗਏ ਸੀ, ਠੀਕ ਹੈ। ਇੰਟਰਨੈਸ਼ਨਲ ਡੇ ਆਫ ਯੋਗਾ, ਯੋਗਾ ਕਦੋਂ ਆਪਾਂ ਸੈਲੀਬ੍ਰੇਟ ਕਰਦੇ ਆ ਪੂਰੇ ਵਰਲਡ ਦੇ ਵਿੱਚ? ਇਹ ਵੀ ਕਲਾਸ 'ਚ ਆਪਾਂ ਕੀਤਾ ਹੋਇਆ ਸੀਗਾ। ਆਪਾਂ ਜਦੋਂ ਜੀਓਗ੍ਰਾਫੀ ਕਰਦੇ ਹੁੰਦੇ ਸੀਗੇ ਜਾਂ ਕਰੰਟ ਅਫੇਅਰ 'ਚ ਵੀ ਇਹ ਕੁਐਸਚਨ ਆਉਂਦਾ ਹੁੰਦਾ ਹੈਗਾ। ਜੀਓਗ੍ਰਾਫੀ ਦੇ ਵਿੱਚ ਆਪਾਂ ਸਮਰ ਸੋਲਸਟਾਈਸ ਪੜ੍ਹਦੇ ਹੁੰਦੇ ਸੀ, ਯਾਦ ਕਰੋ।
ਗਰਮੀਆਂ ਦਾ ਸਭ ਤੋਂ ਵੱਡਾ ਦਿਨ, ਠੀਕ ਹੈ। ਉਸ ਦਿਨ ਮੈਂ ਤੁਹਾਨੂੰ ਦੱਸਦੀ ਹੁੰਦੀ ਸੀਗੀ ਕਿ ਗਰਮੀਆਂ ਦਾ ਸਭ ਤੋਂ ਵੱਡਾ ਦਿਨ ਹੈ ਨਾ, ਆਪਣੇ ਸਰੀਰ 'ਚ ਬਹੁਤ ਡੀਹਾਈਡਰੇਸ਼ਨ ਹੁੰਦੀ ਹੈ, ਇਸੇ ਲਈ ਇਸ ਦਿਨ ਨੂੰ ਚੂਜ਼ ਕੀਤਾ ਗਿਆ ਹੈਗਾ ਕਿ ਆਪਾਂ ਯੋਗਾ ਕਰੀਏ। ਯੋਗਾ ਕਰਕੇ ਆਪਾਂ ਆਪਣੇ ਸਰੀਰ ਦੀ ਜਿਹੜੀ ਊਰਜਾ ਹੈ, ਜਿਹੜੀ એનર્ਜੀ ਹੈ, ਉਹਨੂੰ ਆਪਾਂ ਜਿਹੜਾ ਹੈਗਾ ਸ਼ਾਂਤ ਕਰ ਸਕਦੇ ਹਾਂ, ਉਹਨੂੰ ਠੰਡਕ ਦੇ ਸਕਦੇ ਹਾਂ, ਠੀਕ ਹੈ। ਤੇ ਜਿੰਨਾ ਆਪਾਂ ਐਕਸਰਸਾਈਜ਼ ਜਾਂ ਯੋਗਾ ਕਰਾਂਗੇ ਉਨਾ ਹੀ ਆਪਾਂ ਪਾਣੀ ਪੀਵਾਂਗੇ, ਕਿਉਂਕਿ ਇਸ ਦਿਨ ਬਹੁਤ ਜ਼ਿਆਦਾ ਤੇਜ਼ ਗਰਮੀ ਪੈਂਦੀ ਹੈਗੀ ਹੈ, ਠੀਕ ਹੈ। ਸੋ 21 ਜੂਨ ਦਾ ਜਿਹੜਾ ਦਿਨ ਹੈ ਉਹ ਸਮਰ ਸੋਲਸਟਾਈਸ ਮੰਨਿਆ ਜਾਂਦਾ ਹੈਗਾ। ਸੋ ਇਸੇ ਲਈ ਜਿਹੜਾ ਹੈਗਾ ਅੰਤਰਰਾਸ਼ਟਰੀ ਯੋਗਾ ਦਿਵਸ ਵੀ ਆਪਾਂ ਇਸੇ ਦਿਨ ਸੈਲੀਬ੍ਰੇਟ ਕਰਦੇ ਹਾਂ, ਠੀਕ ਹੈ ਜੀ। ਚਲੋ ਫਿਰ ਚੱਲਦੇ ਹਾਂ ਅਗਲੇ ਸਵਾਲ ਤੇ, ਦੇਖੀਏ ਕੀ ਸਵਾਲ ਆਇਆ ਸੀ। ਵਰਲਡ ਇਨਵਾਇਰਨਮੈਂਟ ਡੇ ਸੈਲੀਬ੍ਰੇਟਡ ਔਨ ਐਵਰੀ ਈਅਰ। ਹਰ ਸਾਲ ਵਰਲਡ ਇਨਵਾਇਰਨਮੈਂਟ ਡੇ ਕਦੋਂ ਮਨਾਇਆ ਜਾਂਦਾ ਹੈ? ਇਹ ਵੀ ਆਪਾਂ ਕੀਤਾ ਹੋਇਆ ਸਵਾਲ ਹੈਗਾ 5 ਜੂਨ ਨੂੰ। 5 ਜੂਨ ਨੂੰ ਆਪਾਂ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਆਪਣਾ ਪਰਿਆਵਰਣ ਦਿਵਸ ਜਿਹੜਾ ਹੈਗਾ ਉਹਨੂੰ ਸੈਲੀਬ੍ਰੇਟ ਕਰਦੇ ਹੈਗੇ ਆ। ਆਪਾਂ ਵ੍ਰਿਕਸ਼ਾਰੋਪਣ ਕਰਦੇ ਆ ਤਾਂ ਕਿ ਆਪਣੇ এনवायरमेंट ਨੂੰ ਆਪਾਂ ਬਚਾ ਸਕੀਏ, ਠੀਕ ਹੈ ਜੀ। ਅਗੇਨ ਬੇਟਾ ਗਰਮੀਆਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਦੀ आवश्यकता ਜ਼ਿਆਦਾ ਹੁੰਦੀ ਹੈਗੀ ਹੈ। 5 ਜੂਨ ਜਿਹੜਾ ਹੈਗਾ ਗਰਮੀ ਦਾ ਦਿਨ ਨਿਰਧਾਰਿਤ ਕੀਤਾ ਹੈ ਤੇ ਆਉਣ ਵਾਲਾ ਹੀ ਹੈ, ਹਲੇ ਇੰਟਰਨੈਸ਼ਨਲ ਵਰਲਡ এনवायरनमेंट ਡੇ ਆਉਣ ਵਾਲਾ ਹੈ ਤੇ ਆਪਾਂ ਸਾਰੇ ਫੇਰ ਸੈਲੀਬ੍ਰੇਟ ਕਰਾਂਗੇ। ਚੱਲਦੇ ਹਾਂ ਅਗਲੇ ਸਵਾਲ ਤੇ। ਅਗਲਾ ਸਵਾਲ ਹੈ which Indian has been nominated by US President Joe Biden to lead the World Bank। ਇਹ ਵੀ ਕੁਐਸਚਨ ਬਹੁਤ ਸਿਰਾ ਕੁਐਸਚਨ ਸੀਗਾ, ਕਿਉਂਕਿ ਅਗਰ ਤੁਸੀਂ ਇਹਨੂੰ ਪੂਰੇ ਇੰਡੀਆ ਦੇ ਅਕੋਰਡਿੰਗ ਨਾ ਵੀ ਦੇਖੋ ਨਾ, ਤਾਂ ਕੱਲੇ ਪੰਜਾਬ ਦੇ ਅਕੋਰਡਿੰਗ ਵੀ ਦੇਖੋ ਤਾਂ ਵੀ ਇਹ ਤੁਹਾਡਾ ਆਨਸਰ ਸਹੀ ਹੋਣਾ ਚਾਹੀਦਾ ਸੀ। ਇਹ ਸੀਗੇ ਜੀ ਅਜੇ ਬੰਗਾ, ਠੀਕ ਹੈ। एक्चुअली यूएस प्रेसिडेंट जो बाइडन ने वर्ल्ड बैंक या फिर IMF ਜਿਹੜੇ ਹੈ ਇਸ ਨੂੰ ਲੀਡ ਕਰਨ ਵਾਸਤੇ ਅਗਰ ਕਿਸੇ ਪਰਸਨ ਨੂੰ ਨੋਮੀਨੇਟ ਕੀਤਾ ਸੀ ਤਾਂ ਉਹ ਸੀ ਅਜੇ ਬੰਗਾ। ਇਹ ਇੰਡੀਅਨ ਅਮਰੀਕਨ ਤਾਂ ਹੈ ਹੀ ਹੈ, ਇੰਡੀਅਨ ਅਮਰੀਕਨ ਤਾਂ ਇਹ ਹੈ ਹੀ ਹੈ, ਲੇਕਿਨ ਇਸੇ ਦੇ ਨਾਲ ਇਹ ਸਿੱਖ ਅਮਰੀਕਨ ਵੀ ਹੈ। ਸੋ ਇਸੇ ਲਈ ਕਹਿ ਰਹੀ ਸੀ ਪੰਜਾਬ ਪੁਆਇੰਟ ਆਫ ਵਿਊ ਨਾਲ ਤਾਂ ਇਹ ਕੁਐਸਚਨ ਜਿਹੜਾ ਹੈਗਾ ਬਹੁਤ ਮਤਲਬ ਸਹੀ ਤਰੀਕੇ ਨਾਲ ਆਪਾਂ ਨੂੰ ਆਉਣਾ ਚਾਹੀਦਾ ਸੀਗਾ, ਠੀਕ ਹੈ ਜੀ। ਸੋ ਅਜੇ ਬੰਗਾ ਜਿਹੜੇ ਹੈਗੇ ਹੈ ਇਹਨਾਂ ਨੂੰ ਜਿਹੜਾ ਹੈ ਵਰਲਡ ਬੈਂਕ ਨੂੰ ਲੀਡ ਕਰਨ ਵਾਸਤੇ ਜਿਹੜਾ ਹੈਗਾ अपॉइंट किया सीगा, नॉमिनेट किया सीगा जो बाइडन जी ने, ठीक है जी। चलते हैं अगले सवाल ते देखिए की आया सी अगला सवाल। ओलंपिक गेम्स 2024 दी कदों होणगियां? देखो यार जिद्दे टोक्यो ओलंपिक्स होए सीगे ना उदों ही आपां जिहड़ा हैगा पूरा कैलेंडर लिख लिया सीगा कि टोक्यो ओलंपिक्स जिहड़े हैगे 2020 दे विच ਉਸੇ ਟਾਈਮ ਨਿਰਧਾਰਿਤ ਹੋ ਜਾਂਦਾ ਹੈ ਕਿ ਅਗਲੇ ਵਾਰੀ ਕਿੱਥੇ ਹੋਣਗੇ। ਆਪਾਂ ਸਾਰੇ ਜਾਣਦੇ ਆ ਕਿ 올림픽ਸ ਜਿਹੜੇ ਹੈਗੇ ਆ ਉਹ ਹਰ 4 ਸਾਲ ਬਾਅਦ ਹੁੰਦੇ ਹੈ, ਸਮਰ ਤੇ ਵਿੰਟਰ 올림픽ਸ, ਠੀਕ ਹੈ ਜੀ। ਤੇ ਸਮਰ 올림픽ਸ ਜਿਹੜੇ ਹੈਗੇ ਆ 2020 ਤੋਂ ਬਾਅਦ ਜਿਹੜੇ ਹੈ 2024 ਚ ਹੋਣਗੇ ਤੇ ਉਦੋਂ ਟੋਕੀਓ ਚ ਹੋਏ ਸੀ। ਹੁਣ ਜਿਹੜੀ ਜਗ੍ਹਾ ਡਿਸਕਸ ਕੀਤੀ ਹੋਈ ਹੈ ਉਹ ਹੈਗੀ ਹੈ ਜੀ ਪੈਰਿਸ, ਠੀਕ ਹੈ। ਤਾਂ ਪੈਰਿਸ ਦੇ ਵਿੱਚ ਜਿਹੜਾ ਹੈਗਾ 올림픽 2024 ਦਾ ਹੋਏਗਾ, ਠੀਕ ਹੈ ਜੀ। ਸੋ ਯਾਦ ਰੱਖਣਾ ਆਨਸਰ ਕੀ ਹੈ ਜੀ ਪੈਰਿਸ, ठीक है। 2020 ਦਾ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ ਜੀ ਟੋਕੀਓ ਦੇ ਵਿੱਚ। ਨੈਕਸਟ ਕੁਐਸਚਨ ਦੇਖੋ ਜੀ। ਸੁਨੀਲ ਛੇਤਰੀ ਇਜ਼ ਐਸੋਸੀਏਟਡ ਵਿਦ ਵਿਚ ਗੇਮ ਸਪੋਰਟਸ। ਅਗਰ ਤੁਸੀਂ ਬਹੁਤ ਲਵਰ ਹੈਗੇ ਹੋ ਗੇਮਸ ਵਗੈਰਾ ਦੇ ਤੇ ਤੁਸੀਂ ਰੈਗੂਲਰਲੀ ਮਤਲਬ ਇੰਸਟਾਗ੍ਰਾਮ ਜਾਂ ਫੇਸਬੁੱਕ ਵਗੈਰਾ ਤੇ ਵੀ ਦੇਖਦੇ ਰਹਿੰਦੇ ਹੋ ਨਾ, ਤਾਂ ਇਹਨਾਂ ਦਾ ਇੱਕ ਛੋਟਾ ਜਿਹਾ ਟ੍ਰੋਲ ਤੁਸੀਂ ਜ਼ਰੂਰ ਦੇਖਿਆ ਹੋਣਾ ਵਿਰਾਟ ਕੋਹਲੀ ਦੇ ਨਾਲ। ਉਹ ਕਹਿੰਦੇ ਸੀ ਇਹ ਕੌਣ ਸਾ ਬੱਚਾ ਹੈ ਹਨਾ, ਸਮਥਿੰਗ ਇਹੋ ਜਿਹਾ। ਮੈਂ ਤਾਂ ਟ੍ਰੋਲਸ ਨਹੀਂ ਦੇਖਦੀ, ਲੇਕਿਨ ਚਲੋ ਮੈਨੂੰ ਨਾ ਕਿਤੋਂ ਮਿਲ ਗਿਆ ਸੀਗਾ ਤਾਂ ਮੈਂ ਦੇਖਿਆ ਸੀਗਾ। ਸੋ ਅਗਰ ਤੁਸੀਂ ਮਤਲਬ ਮਾੜਾ ਜਿਹਾ ਸੋਸ਼ਲ ਮੀਡੀਆ ਤੇ ਵੀ ਹੋ ਤਾਂ ਵੀ ਸ਼ਾਇਦ ਤੁਸੀਂ ਇੱਕ ਸਵਾਲ ਦਾ ਆਨਸਰ ਤਾਂ ਉਸੇ ਅਕੋਰਡਿੰਗ ਦੇ ਸਕਦੇ ਸੀ। ਸੁਨੀਲ ਛੇਤਰੀ ਜਿਹੜੇ ਹੈਗੇ ਆ ਉਹ ਫੁੱਟਬਾਲ ਪਲੇਅਰ ਹੈਗੇ ਆ, ਠੀਕ ਹੈ ਜੀ। ਤਾਂ ਫੁੱਟਬਾਲ ਬੈਂਗਲੁਰੂ ਤੋਂ ਇਹ ਜਿਹੜਾ ਹੈਗਾ ਖੇਡਦੇ ਹੈਗੇ ਆ, ਠੀਕ ਹੈ ਜੀ। ਸੋ ਸੁਨੀਲ ਛੇਤਰੀ ਜਿਹੜੇ ਹੈ ਕਿਸ ਗੇਮ ਨਾਲ ਐਸੋਸੀਏਟਡ ਹੈਗੇ ਆ? ਆਨਸਰ ਇਜ਼ ਫੁੱਟਬਾਲ, ਠੀਕ ਹੈ। ਸੋ ਸੌਖੇ ਕੁਐਸਚਨ ਸੀਗੇ ਸਾਰੇ। ਚਲਦੇ ਹਾਂ ਅਗਲੇ ਸਵਾਲ ਤੇ। ਫੇਮਸ ਪੂਰਨ ਚੰਦ ਵਡਾਲੀ, ਅਰੇ ਵਾਹ ਵਡਾਲੀ ਬ੍ਰਦਰਸ ਆ ਗਏ, ਕਿੰਨੇ ਸਾਰੇ ਗਾਣੇ ਤਾਂ ਆਪਾਂ ਸੁਣੇ ਹੈਗੇ ਹਨ। ਪੂਰਨ ਚੰਦ ਵਡਾਲੀ ਜਿਹੜੇ ਹੈ ਕਿਹੜੀ ਫੀਲਡ ਨਾਲ ਐਸੋਸੀਏਟਡ ਹੈ? ਗਾਣੇ ਸੁਣਿਆ ਤਾਂ ਦੈਟ ਮੀਨਸ ਮਿਊਜ਼ਿਕ ਨਾਲ ਐਸੋਸੀਏਟਡ ਹੈ, ਤਾਂ ਆਨਸਰ ਕੀ ਆ ਗਿਆ ਜੀ ਬੀ ਆਪਸ਼ਨ, ਠੀਕ ਹੈ ਜੀ। ਨੈਕਸਟ ਦੇਖੋ, ਕਿਸ ਸਿਟੀ ਦੇ ਵਿੱਚ G20 ਦੀ ਸੈਕੰਡ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਹੋਈ ਸੀ 15 ਤੋਂ ਲੈ ਕੇ 17 ਮਾਰਚ ਤੱਕ ਦੀਆਂ, ਠੀਕ ਹੈ। ਹੁਣ ਤੱਕ 3 ਮੀਟਿੰਗਸ ਹੋ ਚੁੱਕੀਆਂ ਨੇ, ਠੀਕ ਹੈ। ਚੇਨਈ 'ਚ ਵੀ ਹੋ ਚੁੱਕੀ ਹੈ, ਦੂਜੀ ਮੀਟਿੰਗ ਹੋਈ ਸੀਗੀ ਜੀ ਆਪਣੇ ਅੰਮ੍ਰਿਤਸਰ ਦੇ ਵਿੱਚ, ਠੀਕ ਹੈ ਜੀ। ਤੇ ਤੀਜੀ ਮੀਟਿੰਗ ਜਿਹੜੀ ਹੈਗੀ ਹੈ ਹਾਲੇ ਹੋਣੀ ਹੈਗੀ ਹੈ, ਠੀਕ ਹੈ ਜੀ। ਸੋ ਮਤਲਬ ਕੀ ਹੈ ਜੀ ਵਰਕਿੰਗ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਜਿਹੜੀਆਂ ਮੀਟਿੰਗਸ ਹੈਗੀਆਂ ਨੇ ਇਹ G20, ਹੁਣ ਇੰਡੀਆ ਦੇ ਕੋਲੇ G20 ਦੀ ਪ੍ਰੈਜ਼ੀਡੈਂਸੀ ਹੈਗੀ ਹੈ ਨਾ, ਤਾਂ G20 ਪ੍ਰੈਜ਼ੀਡੈਂਸੀ ਦੇ ਵਿੱਚ ਕੀ ਹੈਗਾ ਜੀ ਅੰਮ੍ਰਿਤਸਰ ਦੇ ਵਿੱਚ ਆਪਣੀ 15 ਤੋਂ ਲੈ ਕੇ 17 ਮਾਰਚ ਤੱਕ ਦੀ ਐਜੂਕੇਸ਼ਨ ਵਰਕਿੰਗ ਗਰੁੱਪ ਤੇ ਮੀਟਿੰਗ ਹੋ ਚੁੱਕੀ ਹੈ। ਇਹ ਜਿਹੜੀਆਂ ਮੀਟਿੰਗਸ ਨੇ ਨਾ ਇਹਦੇ ਵਿੱਚ ਅਲੱਗ-ਅਲੱਗ ਏਜੰਡਾ ਹੁੰਦੇ ਹੈ।
ਕਿਸੇ ਦਾ ਏਜੰਡਾ ਸਾਇੰਸ ਐਂਡ ਟੈਕਨੋਲੋਜੀ ਬਣ ਜਾਂਦਾ ਹੈ, ਕਦੇ ਕਲਚਰ ਬਣ ਗਿਆ। ਕਲਚਰ ਦੀ ਵੀ ਆਪਾਂ ਡਿਸਕਸ ਕੀਤੀ ਸੀ ਨਾ ਆਪਣੀ ਕਲਾਸ ਦੇ ਵਿੱਚ ਤੇ ਕਰੰਟ ਅਫੇਅਰ ਦੀ ਵੀਡੀਓ 'ਚ। ਇਹ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਹੈ, ਜਿਹਨੂੰ ਐਡਵਿਗ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਇਹ ਹੋਈ ਸੀ ਜੀ ਆਪਣੇ ਅੰਮ੍ਰਿਤਸਰ 'ਚ। ਤਾਂ ਕੁਐਸਚਨ ਇੰਪੋਰਟੈਂਟ ਹੋ ਗਿਆ ਸੀ ਆਪਣੇ ਵਾਸਤੇ। ਠੀਕ ਹੈ ਜੀ, ਚੱਲਦੇ ਹਾਂ ਅਗਲੇ ਸਵਾਲ ਤੇ। RRR ਆਪਾਂ ਸਾਰੇ ਜਾਣਦੇ ਹਾਂ, ਕਿੰਨਾ ਨਿਊਜ਼ 'ਚ ਰਿਹਾ ਸੀਗਾ ਨਾ ਕਿ ਇਹਨਾਂ ਦੇ ਜਿਹੜਾ ਸੌਂਗ ਹੈਗਾ, ਡਾਂਸ ਹੈਗਾ, ਉਹਨੂੰ ਜਿਹੜਾ ਹੈਗਾ ਮਿਲਿਆ ਸੀਗਾ, ਅਵਾਰਡ ਮਿਲਿਆ ਸੀ, ਆਸਕਰ ਦੇ ਵਿੱਚ ਨੋਮੀਨੇਟ ਹੋਏ ਤੇ ਫਾਈਨਲੀ ਇਹਨਾਂ ਨੂੰ ਅਵਾਰਡ ਮਿਲ ਗਿਆ। ਤਾਂ ਆਪਾਂ ਸਾਰੇ ਜਾਣਦੇ ਹਾਂ ਨਾਟੂ ਨਾਟੂ ਸੌਂਗ ਵਾਸਤੇ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ। ਠੀਕ ਹੈ ਜੀ, ਸੋ ਬੈਸਟ ਓਰੀਜਨਲ ਸੌਂਗ ਵਿੱਚ ਆਨਸਰ ਆ ਜਾਊਗਾ ਇਹਨਾਂ ਦਾ। ਠੀਕ ਹੈ, ਚਲੋ ਸੋ ਅਗਲੇ ਸਵਾਲ ਤੇ ਚਲੀਏ। 75 ਸਵਾਲ ਖਤਮ ਹੋਣ ਤੋਂ ਬਾਅਦ ਜਿਹੜਾ ਹੈਗਾ ਮੇਰੇ ਖਿਆਲ ਮੈਥ ਜਾਂ ਫਿਰ ਸਾਇੰਸ ਜੀ ਉਹਦਾ ਰੀਜ਼ਨਿੰਗ ਦਾ ਸੈਕਸ਼ਨ ਸ਼ੁਰੂ ਹੋ ਗਿਆ ਸੀ। ਫਿਰ 101 ਤੇ ਦੁਬਾਰਾ ਆਪਣੇ ਪੰਜਾਬ ਜੀਕੇ ਦੇ ਸਵਾਲ ਆਏ। ਇਹ ਵੀ ਆਪਣਾ ਕੀਤਾ ਹੋਇਆ ਸਵਾਲ ਸੀਗਾ ਕਿ ਆਪਣੇ ਪਹਿਲੇ ਪੰਜਾਬੀ ਪੋਇਟ ਜਿਹੜੇ ਹੈ ਕਿਹੜੇ ਮੰਨੇ ਜਾਂਦੇ ਹੈ, ਸੂਫੀ ਸੰਤ। ਤੇ ਆਪਾਂ ਕੀਤਾ ਹੋਇਆ ਸੀਗਾ ਜੀ ਕਲਾਸ ਦੇ ਵਿੱਚ ਸ਼ੇਖ ਫਰੀਦ। ਇਨਫੈਕਟ ਜਦੋਂ ਆਪਾਂ ਸਾਹਿਤਯ ਪੜ੍ਹ ਰਹੇ ਸੀਗੇ ਤਾਂ ਸਾਹਿਤਯ ਦੇ ਵਿੱਚ ਸ਼ੁਰੂਆਤ ਹੀ ਆਪਾਂ ਬਾਬਾ ਫਰੀਦ ਜੀ ਤੋਂ ਕੀਤੀ ਸੀਗੀ, ਕਿਉਂਕਿ ਮੈਂ ਕਿਹਾ ਸੀ ਨਾ ਮੈਂ ਲਾਈਨ ਵਾਈਜ਼ ਕਰਾਉਂਗੀ ਸਾਰੇ, ਜਦੋਂ ਦੀ ਸ਼ੁਰੂਆਤ ਹੋਈ ਹੈ ਤੇ ਜਦੋਂ ਦੇ ਆਪਣੇ ਹੁਣ ਤੱਕ ਦੇ ਆਪਣੇ ਵਿਨਰਸ ਚੱਲ ਰਹੇ ਹੈਗੇ ਆ। ਠੀਕ ਹੈ ਜੀ, ਸੋ ਸ਼ੇਖ ਫਰੀਦ ਜਿਹੜੇ ਹੈਗੇ ਆ ਉਹ ਪਹਿਲੇ ਸੂਫੀ ਸੈਂਟ ਮੰਨੇ ਜਾਂਦੇ ਹੈ ਪੰਜਾਬੀ ਪੋਇਮ ਦੇ। ਠੀਕ ਹੈ, ਫਾਦਰ ਆਫ ਪੰਜਾਬੀ ਲਿਟਰੇਚਰ ਵੀ ਕਹਿ ਸਕਦੇ ਹੋ ਤੁਸੀਂ ਇਹਨਾਂ ਨੂੰ। ਚਲਦੇ ਹਾਂ ਅਗਲੇ ਸਵਾਲ ਤੇ। ਅਗਲਾ ਸਵਾਲ ਕੀ ਹੈਗਾ? ਹਾਂਜੀ, ਇਹ ਵੀ ਆਪਾਂ ਕਲਾਸ 'ਚ ਕਰਦੇ ਸੀਗੇ ਕਿ ਮੁਗਲ ਦੇ ਦੁਆਰਾ ਲਿਖੀ ਗਈ ਕਿਹੜੀ ਕਿਤਾਬ ਦੇ ਵਿੱਚ ਆਪਣੇ ਪੰਜਾਬ ਦਾ ਵੇਰਵਾ ਕੀਤਾ ਹੋਇਆ ਹੈ ਕਿ ਪੰਜਾਬ ਲਾਹੌਰ ਅਤੇ ਮੁਲਤਾਨ ਦੋ ਹਿੱਸਿਆਂ ਦੇ ਵਿੱਚ ਡਿਵਾਈਡਡ ਸੀਗਾ। ਸੋ ਜੀ ਅਬੁਲ ਫਜ਼ਲ ਸਾਹਿਬ ਦੀ ਐਨੇ ਅਕਬਰੀ, ਅਬੁਲ ਫਜ਼ਲ ਨੇ ਲਿਖੀ ਸੀ ਐਨੇ ਅਕਬਰੀ। ਅਬੁਲ ਫਜ਼ਲ ਅਕਬਰ ਦੇ ਦਰਬਾਰ ਦੇ ਨਵਰਤਨ ਸੀਗੇ, ਅਕਬਰ ਦੇ ਦਰਬਾਰ ਦੇ ਨਵਰਤਨ ਸੀਗੇ। ਇਹਨਾਂ ਦੀ ਕਿਤਾਬ ਦੇ ਵਿੱਚ ਸਾਫ਼-ਸਾਫ਼ ਦਰਜ ਕੀਤਾ ਹੋਇਆ ਹੈ, ਆਪਣੇ ਪੰਜਾਬ ਦਾ ਸਾਰਾ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ। ਠੀਕ ਹੈ ਜੀ, ਵੈਸੇ ਵੀ ਅਗਰ ਆਪਾਂ ਅਕਬਰ ਦੀ ਗੱਲ ਕਰੀਏ ਤਾਂ ਅਕਬਰ ਦੀ ਜਿਹੜੀ ਤਾਜਪੋਸ਼ੀ ਹੈਗੀ ਆਪਣੇ ਕਲਾਨੌਰ ਤੋਂ ਹੀ ਤਾਂ ਹੋਈ ਸੀਗੀ। ਸੋ ਇਸੇ ਲਈ ਜਿਹੜਾ ਹੈਗਾ ਕਿ ਆਪਣਾ ਅਕਬਰ ਦਾ ਜਿਹੜਾ ਸਮੇਂ ਹੈਗਾ ਨਾ ਉਹ ਆਪਣੇ ਪੰਜਾਬ ਵਾਸਤੇ ਕਾਫੀ ਫੇਮਸ ਰਿਹਾ ਹੈਗਾ। ਅਕਬਰ ਜਿਹੜਾ ਹੈ ਪੰਜਾਬ ਦੇ ਵਿੱਚ ਗੁਰੂ ਅਮਰਦਾਸ ਜੀ ਕੋਲੇ ਆਇਆ ਵੀ ਸੀਗਾ, ਬੀਬੀ ਭਾਨੀ ਜੀ ਨੂੰ ਤੇ ਰਾਮਦਾਸ ਜੀ ਨੂੰ ਉਹਨਾਂ ਨੇ ਲੈਂਡ ਵੀ ਡੋਨੇਟ ਕੀਤਾ ਸੀਗਾ। ਠੀਕ ਹੈ, ਜਿੱਥੇ ਅੰਮ੍ਰਿਤਸਰ ਸ਼ਹਿਰ ਵਸਿਆ। ਠੀਕ ਹੈ ਜੀ, ਸੋ ਇਹ ਸਾਰੇ ਸਵਾਲ ਪੇਪਰ ਦੇ ਵਿੱਚ ਬੜੇ ਈਜ਼ੀ ਸਵਾਲ ਸੀਗੇ। ਨੈਕਸਟ ਸਵਾਲ ਜੀ, ਮਹਾਭਾਰਤ ਦੇ ਵਿੱਚ ਪੰਜਾਬ ਦਾ ਨਾਮ ਕੀ ਪਿਆ ਸੀਗਾ ਜੀ? ਇਹ ਵੀ ਆਪਾਂ ਬਹੁਤ ਵਾਰੀ ਡਿਸਕਸ ਕੀਤਾ ਕਿ ਮਹਾਭਾਰਤ ਦੇ ਸਮੇਂ ਪੰਜਾਬ ਦਾ ਨਾਮ ਸੀਗਾ ਜੀ ਪੰਚਨਾਦ। ਪੰਚਨਾਦ ਯਾਨੀ ਕਿ 5 ਨਦੀਆਂ ਦਾ ਸਮੂਹ। ਠੀਕ ਹੈ, ਮਾੜਾ ਜਿਹਾ ਕੰਫਿਊਜ਼ ਕਰ ਸਕਦੇ ਸੀ ਬਟ ਇਹਨਾਂ ਨੇ ਕੀਤਾ ਨਹੀਂ, ਸਾਰੇ ਆਪਸ਼ਨ ਹੀ ਬੜੇ ਅੱਛੇ ਅੱਛੇ ਦੇ ਦਿੱਤੇ ਆਪਾਂ ਨੂੰ, ਮਤਲਬ ਦੇਖਦੇ ਹੀ ਆਨਸਰ ਆ ਗਿਆ ਜੀ ਪੰਚਨਾਦ। ਪੰਜ ਮਤਲਬ ਪੰਜ ਤੇ ਨਾਦ ਮਤਲਬ ਨਦੀਆਂ। ਠੀਕ ਹੈ ਜੀ, ਸੋ 5 ਨਦੀਆਂ ਦਾ ਮਿਲਨ। ਠੀਕ ਹੈ, ਅਰੱਤਾ ਵਗੈਰਾ ਦੇ ਦਿੰਦੇ ਫਿਰ ਸ਼ਾਇਦ ਬੱਚੇ ਕਨਫਿਊਜ਼ ਹੋ ਜਾਂਦੇ ਕਿਉਂਕਿ ਅਰੱਤਾ ਰਾਮਾਇਣ ਦੇ ਸਮੇਂ 'ਚ ਕਿਹਾ ਜਾਂਦਾ ਸੀਗਾ। ਠੀਕ ਹੈ, ਸਪਤ ਸਿੰਧੂ ਜਿਹੜਾ ਹੈ ਆਰੀਅਨ ਸਮੇਂ ਦੇ ਵਿੱਚ ਕਿਹਾ ਜਾਂਦਾ ਸੀਗਾ। ਸੋ ਅਲੱਗ-ਅਲੱਗ ਨਾਮ ਮਿਲੇ ਆਪਣੇ ਪੰਜਾਬ ਨੂੰ। ਠੀਕ ਹੈ ਜੀ, ਚੱਲਦੇ ਹਾਂ ਅਗਲੇ ਸਵਾਲ ਤੇ। ਲਾਸਟ ਸਿੱਖ ਰੂਲਰ ਕੌਣ ਸੀਗੇ ਜੀ? ਇਹ ਵੀ ਆਪਾਂ ਕੀਤਾ ਹੋਇਆ ਜੀ, ਮਹਾਰਾਜਾ ਦਲੀਪ ਸਿੰਘ ਜੀ ਜਿਹੜੇ ਸੀਗੇ ਆਖਰੀ ਸਿੱਖ ਰੂਲਰ ਸੀਗੇ, ਜਿਨ੍ਹਾਂ ਤੋਂ ਬਾਅਦ ਲਾਹੌਰ ਦੀ ਸੰਧੀ ਸਾਈਨ ਹੋਈ ਤੇ ਪੂਰਾ ਦਾ ਪੂਰਾ ਜਿਹੜਾ ਹੈਗਾ ਆਪਣਾ ਮਤਲਬ ਬ੍ਰਿਟਿਸ਼ ਐਮਪਾਇਰ ਦੇ ਅੰਡਰ ਆਪਣਾ ਪੰਜਾਬ ਚਲਾ ਗਿਆ ਸੀਗਾ। ਤਾਂ ਆਖਰੀ ਮਹਾਰਾਜਾ ਸੀਗੇ ਜਿਨ੍ਹਾਂ ਦੇ ਸਮੇਂ 2 ਐਂਗਲੋ ਸਿੱਖ ਵਾਰ ਹੋਈਆਂ ਸੀ, ਇੱਕ ਤਾਂ ਪਹਿਲੀ ਹੋਈ ਸੀਗੀ ਤੇ ਦੂਸਰੀ ਜਿਹੜੀ ਹੋਈ ਸੀ, ਦੂਸਰੀ ਤੋਂ ਬਾਅਦ ਤਾਂ ਆਪਣਾ ਪੰਜਾਬ ਅਧੀਨ ਹੋ ਗਿਆ ਸੀ। ਠੀਕ ਹੈ ਜੀ, ਤਾਂ ਚੱਲਦੇ ਹਾਂ ਅਗਲੇ ਸਵਾਲ ਤੇ। ਅਗਲਾ ਸਵਾਲ ਦੇਖੋ ਜੀ, ਇਹਨਾਂ ਵਿੱਚੋਂ ਕਿਹੜੀ ਫੋਕ ਐਮਬਰੋਇਡਰੀ ਹੈ ਪੰਜਾਬ ਦੀ? ਐਮਬਰੋਇਡਰੀ ਤਾਂ ਆਪਾਂ ਸਾਰੇ ਜਾਣਦੇ ਹਾਂ, ਲੇਕਿਨ ਪੰਜਾਬ ਦੀ ਕਿਹੜੀ ਹੈ ਇਹਨਾਂ ਦੇ ਵਿੱਚੋਂ? ਸੋ ਅਗਰ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰੀਏ ਤਾਂ ਵੈਸੇ ਹੀ ਬਾਹਰਲੀਆਂ ਆ ਗਈਆਂ, ਤਾਂ ਆਨਸਰ ਕੀ ਬਣੂਗਾ ਆਪਣਾ ਜੀ? ਫੁਲਕਾਰੀ ਆਨਸਰ ਬਣੂਗਾ। ਠੀਕ ਹੈ ਜੀ, ਸੋ ਫੁਲਕਾਰੀ ਜਿਹੜੀ ਹੈਗੀ ਹੈ ਉਹ ਆਪਣੇ ਪੰਜਾਬ ਦੀ ਫੋਕ ਐਮਬਰੋਇਡਰੀ ਹੈਗੀ ਹੈ, ਬਹੁਤ ਪੁਰਾਣੇ ਸਮੇਂ ਦੀ। ਅਗਰ ਆਪਾਂ ਕਰੀਏ ਲੋਕ ਕਢਾਈ ਕਲਾ, ਠੀਕ ਹੈ, ਫੋਕ ਮੀਨਸ ਲੋਕ। ਠੀਕ ਹੈ, ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ। ਠੀਕ ਹੈ ਜੀ, ਚੱਲਦੇ ਹਾਂ ਅਗਲੇ ਸਵਾਲ ਤੇ। ਅਗਲਾ ਸਵਾਲ, ਰਾਵੀ ਨਦੀ ਦਾ ਪੁਰਾਣਾ ਨਾਮ ਪੁੱਛਿਆ ਗਿਆ ਹੈਗਾ। ਠੀਕ ਹੈ, ਇਹ ਵੀ ਆਪਾਂ ਜਦੋਂ ਆਰੀਅਨ ਏਜ ਆਪਣੀ ਸਟਾਰਟ ਕੀਤੀ ਸੀਗੀ ਪੜ੍ਹਾਈ ਦੇ ਵਿੱਚ, ਕਲਾਸ ਦੇ ਵਿੱਚ, ਤਾਂ ਉਸ ਵੇਲੇ ਆਪਾਂ ਸਾਰੀ ਨਦੀਆਂ ਦੇ ਪੁਰਾਣੇ ਨਾਮ ਲਿਖੇ ਸੀ ਤੇ ਮੈਂ ਟ੍ਰਿਕ ਨਾਲ ਯਾਦ ਵੀ ਕਰਾਏ ਸੀਗੇ। ਕਿਵੇਂ ਯਾਦ ਕਰਾਏ ਸੀ? ਪੁਰੂਸ਼ਨੀ ਜਿਹੜਾ ਨਾਮ ਹੈ ਉਹ ਰਾਵੀ ਨਦੀ ਦਾ ਹੈ। ਠੀਕ ਹੈ, ਵਿਪਾਸਾ ਬਿਆਸ ਨਦੀ ਦਾ ਨਾਮ ਹੈ, ਅਸਕਿਨੀ ਚੇਨਾਬ ਦਾ ਨਾਮ ਸੀਗਾ, ਸਰਸੁਤੀ ਸਰਸਵਤੀ ਦਾ ਨਾਮ ਸੀਗਾ। ਠੀਕ ਹੈ, ਸਿੰਧੂ ਜਿਹੜੀ ਹੈ ਇੰਡਸ ਦਾ ਨਾਮ ਸੀਗਾ। ਇਹ ਸਾਰਾ ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ। ਠੀਕ ਹੈ ਜੀ, ਝੇਲਮ ਦਾ ਨਾਮ ਸੀਗਾ ਵਿਤਾਸਤਾ, ਝੇਲਮ ਦਾ ਨਾਮ ਸੀਗਾ ਵਿਤਾਸਤਾ। ਤੇ ਸਾਰਾ ਟ੍ਰਿਕ ਨਾਲ ਮੈਂ ਯਾਦ ਕਰਾਇਆ ਸੀਗਾ ਕਿ ਇਧਰੋਂ ਇੱਕ ਸ਼ਬਦ ਲੈ ਲਓ ਪੁਰੁਸ਼, ਪੁਰੁਸ਼ ਦਾ ਨਾਮ ਲਿਖਿਆ ਜੀ ਰਵੀ, ਰਵੀ ਪੁਰੁਸ਼ ਦਾ ਹੀ ਨਾਮ ਹੁੰਦਾ ਹੈਗਾ। ਠੀਕ ਹੈ, ਬਿਆਸ
विपाशा 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 एवें कर लो, इनू एवें याद रहूगा थानू, ठीक है। चेनाब चेन, आस्क किन्नी, ठीक है। चेन अगर कोई बंदा चेन पा के आंदा तो आप पुछदे हां उन्होंने किन्ने दी है बाई जी, आस्क करते हैं यानी कि पुछदे हां जी किन्ने दी हैगी है, तो चेनाब आ गया सीगा। सरस्वती सरस्वती, ये तो यार सरसर तो ही हो जाऊगा अपना हल, ठीक है। इंडस नूं आपां सिंधु कहने तो आपां नूं पता ही हैगा, शुरू तो ट्रिक की लोड़ नहीं। झेलम झेलम दा पानी टेस्टी हुंदा है, तो वितासता वितासता झेल, ठीक है। ये सारियां चीज़ां याद कराइयां सी क्लास दे विच, सो रिवाइज करो अच्छे तरीके दे नाल, पेपर बहुत सौखा सीगा तुहाडा। चलदे हां अगले सवाल ते। हाँ जी, ये भी क्लास च किया होया सवाल सीगा, पैप्सू की जस्ट फुल फॉर्म पूछी है, पैप्सू का सारा मतलब एरिया लिखा होया है। इनफैक्ट ये चाहते तो डिफिकल्ट बना सकते थे, पूछ सकते थे इन्हों केड़ा एरिया पैप्सू दे विच नहीं आता, ठीक है। लेकिन इन्होंने पहला ही सवाल दे विच सारा कुछ लिखता, जस्ट इन्होंने पैप्सू की फुल फॉर्म पूछी सी। तो पैप्सू की फुल फॉर्म आप सारिਆਂ ने की, पटियाला एंड ईस्ट पंजाब स्टेट्स यूनियन, ठीक है जी। तो आंसर बनेगा जी ਇਹਦਾ डी ऑप्शन, ठीक है। नैक्सट क्वेश्चन देखो जी, डिस्ट्रिक्ट्स किन्ने हैं पंजाब दे विच, इस तो भी सौखा कोई सवाल हो सकता है। 23 डिस्ट्रिक्ट है अपने पंजाब दे विच, ये गल जिहड़ी हैगी है डिस्कस कीती सीगी, ठीक है जी। नैक्सट क्वेश्चन देखो जी, अनड्यूलेटिंग, ये अच्छा क्वेश्चन है, तो ये मैं तुहानूं दस्सां पेपर च कित्थों आया है। पंजाब स्टेट एजुकेशन बोर्ड की ना 9वीं क्लास की किताब हैगी है, तुसीं अज चाहे खोल के देख लियो उस किताब नूं। उस किताब नूं जोग्राफी की किताब हैगी है, तो जोग्राफी के काफ़ी सारे पॉइंट है, जमा सेम डिटो क्वेश्चन छापिया होया, एक मतलब वर्ड भी इधर तो उधर है नहीं इस सवाल दे विच, ठीक है जी। सो मैं हमेशा कहनी हुंदी हां बेसिक किताबां हमेशा पढ़ो अपनियां, ठीक है। सो जेड़े अपने कांडी एरिया हैगा पंजाब दा, ओहदे च किस तरीके की वैजीटेशन उगदी है ये पूछा जाता है, ठीक है। बेटा अपने पंजाब च ना सारे किते ही डेसीडस फॉरेस्ट है, ठीक है जी। कांडी जेड़ा है वो ड्राई डेसीडस है, ठीक है जी। ट्रॉपिकल ड्राई डेसीडस वैजीटेशन जिहड़ी हैगी है अपने कांडी एरिया च है। तो अगर तुहानूं पंजाब दा वैसे पूछा जाए ना पूरे पंजाब च किहो जी है, तो अपने पंजाब च जी डेसीडस है। डेसीडस का मतलब की हुंदा है, जिन्हां दे पत्ते जिहड़े है मतलब झड़दे रहिंदे हैगे है, ठीक है। वड्डे वड्डे चौड़े चौड़े पत्ते हुंदे हैगे है, शीशम हो गया जी, इस तरीके दे हो गए, ठीक है। मैंगो हो गया सो इस तरीके के जोड़े होंगे है ना, इन्हों के पत्ते एक समय बाद झड़ जाते तो नवे आ जाते हैं, ठीक है जी। एवरग्रीन एक डिफरेंट चीज़ होंगी, एवरग्रीन च हमेशा ही हरे भरे रहते हैं, झड़न का नाम ही है नहीं उन्होंने का, ठीक है। उस एरिया च होंगे जिथे मीह बहुत पैंदा होगा, अपने पंजाब च कित्थे एडा मीह पैंदा हैगा, ठीक है जी। सो अपने तो जी ड्राई डेसीडस है, सो एक कांडी करके शायद तुसीं कन्फ्यूज हो गए होंगे, लेकिन अगर तुसीं कल्ले पंजाब नूं भी देखते ਤਾਂ भी जी ड्राई डेसीडस वैजीटेशन होनी सीगी, ठीक है। तो अज बुक खोल के देखियो, सवाल सीधा सीधा पिया हैगा, आंसर की बनया जी ਇਹਦਾ बी ऑप्शन। चलते हैं अगले सवाल ते। अगला सवाल है मंजी सिस्टम किहड़े गुरु जी द्वारा शुरू किया सीगा, तो किड्डा सौखा सवाल आया सी जी पेपर दे विच, गुरु अमरदास जी ने मंजी सिस्टम शुरू किया सीगा, ठीक है जी। सो अमरदास जी ने मंजी सिस्टम किया, उसे मंजी सिस्टम नूं मसंद बनाया सी जी रामदास जी ने, उसे सिस्टम नूं जिहड़ा है मसंद तो दसवंत बनाया सीगा जी अर्जन देव जी ने। ये सारियां गल्लां आपां कीतियां सी, ते जदों दसवंत सिस्टम च करप्शन बहुत वध गई सी तो गुरु गोबिंद सिंह जी ने उन्होंने बंद कर दिता सीगा, ठीक है जी। सो इस तरीके का डिस्कशन अपना होया सीगा। चलते हैं अगले सवाल ते। 1590 ਦੇ ਵਿੱਚ ਰਾਵੀ ਅਤੇ ਬਿਆਸ ਦੇ ਦਰਮਿਆਨ ਵਿੱਚ ਕਿਹੜੀ मतलब ਕਿਹੜੇ ਸ਼ਹਿਰ ਦਾ ਨਿਰਮਾਣ ਕੀਤਾ ਸੀ ਜੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ ਜੀ। ਬਹੁਤ ਗੱਲਾਂ ਲਿਖਦੀਆਂ ਕੁਐਸਚਨ ਚ, ਸਿੱਧਾ ਵੀ ਪੁੱਛ ਲੈਂਦੇ ਤਾਂ ਵੀ ਆਪਾਂ ਕਲਾਸ ਚ ਕੀਤਾ ਹੋਇਆ ਸਵਾਲ ਹੈ ਜੀ, ਆਨਸਰ ਆਊਗਾ ਜੀ ਤਰਨਤਾਰਨ। ਤਰਨਤਾਰਨ ਸਾਹਿਬ ਅਰਜਨ ਦੇਵ ਜੀ ਨੇ ਸਥਾਪਨਾ ਕੀਤੀ ਸੀਗੀ ਇਸ ਸ਼ਹਿਰ ਦੀ, ਇਹ ਸ਼ਹਿਰ ਵਸਾਇਆ ਸੀਗਾ ਉਹਨਾਂ ਨੇ, ਠੀਕ ਹੈ ਜੀ। ਸੋ ਬਹੁਤ ਹੀ ਸਿੰਪਲ ਜਿਹਾ ਸਵਾਲ ਹੈਗਾ, याद रखना है ਇਹਨੂੰ। अगले सवाल ते आपां चलीए। पहली ट्रीटी लाहौर की कदों साइन हुई सी? आपां नूं पता है यार कि एंग्लो सिख दो जंग होए, दो लड़ाइयां हुई हैं, ठीक है जी। तो पहली एंग्लो सिख वॉर जिहड़ी हुई सी, पहली एंग्लो सिख वॉर 1845 तो लैके 1846 तक हुई सी, ते 46 दे विच लाहौर की ट्रीटी साइन हुई सी, तो सिंपल जिहा आंसर ये बनूगा। दूजी एंग्लो सिख वॉर जिहड़ी हैगी है 1848 तो लैके 49 तक हुई सी, जिहदे विच लाहौर ते बाकी होर ट्रीटियां साइन होने तो बाद अपना पंजाब तो जमा ही चला गया, खत्म ही हो गया, अंग्रेजों के अधीन ही हो गया सीगा, ठीक है। सो आंसर जी 1946 आऊगा जी, ट्रीटी ऑफ लाहौर का। अगला सवाल देखो जी, हू वॉज दी प्रेजेंट गवर्नर, हू इज़ दी प्रेजेंट गवर्नर ऑफ पंजाब स्टेट? किन्नी वारी पढ़ी चीज़ां हैगियां ने। बनवारी लाल पुरोहित इस टाइम अपने जिहड़े हैगे है पंजाब दे अपने प्रेजेंट गवर्नर है।
अगर पहला वाला पूछ लेंदे तो वीपी सिंह बदनौर होने सीगे, ठीक है जी, लेकिन फिलहाल ये सीगे जी पुराने, ये तो हो गए जी पुराने अपने पूछे जाते तो, ठीक है। लेकिन बनवारी लाल पुरोहित इज द करैक्ट आंसर, तो आंसर की बनूगा जी डी ऑप्शन। चलते हैं अगले सवाल पे। पंजाब का स्टेट एनीमल की हैगा जी? आप सारे जानते हैं कि पंजाब का स्टेट एनीमल ब्लैक बक यानी कि काला हिरन है, आ लिखा जी काला हिरन, ठीक है जी। सो पंजाब का स्टेट एनीमल काला हिरन हैगा, ठीक है। अबोहर वगैरह दे विच काला हिरन बहुत ज़्यादा मतलब पाया जाता हैगा, अबोहर वाइल्ड लाइफ सेंचुरी दे विच, ठीक है। तो मतलब बिश्नोई जेडे हैगे है उन्हां दे वास्ते बहुत ज़्यादा इंपॉर्टेंट हैगा ब्लैक बक, ठीक है जी, बिश्नोई कम्यूनिटी वास्ते, राइट। चलिए चलते हैं अगले सवाल पे। अगला सवाल है इन्हां विचों किहड़ा रीजन पंजाब दा नहीं है? यार सारे ही जानते हैगे आ, माझा दुआबा मालवा ते पुआध एरिया थोड़ा जिहा जिथे पुआधी डायलैक्ट बोलिया जाता हैगा, खरड़ मोरिंडा है ना, चंडीगढ़ साइड आपां जाने हैगे आ उस रोड ते। लेकिन अवध जिहड़ा है, अवध तो अपने पंजाब का हिस्सा ही नहीं है जी। अवध तो अज दा जिहड़ा पुराने समय दे विच अवध वगैरह हुंदे सी, ये अजकल दे यूपी बिहार दे एरिया हैगे आ। सो अवध इहदा सही आंसर बनूगा जी, सी ऑप्शन आंसर बनूगा। अगला सवाल देखो किहड़ा आया थानू पेपर दे विच, लॉन्गीट्यूड आपां याद कीते सी ना क्लास दे विच, जदों मैं लॉन्गीट्यूड पढ़ाए सीगे, याद करो मैं एक गल थानू हमेशा कराई सीगी कि लॉन्गीट्यूड ते लैटीट्यूड दे विच दो ऑप्शन इहो जे होणगे जिहदे च या तां वैस्ट लिखिया होगा या साउथ लिखिया होगा, तुसीं ओह दोनों ही परां करो, ठीक है, क्योंकि हो ही नहीं सकता जी अपनी धरती दे विच अपना इंडिया इधरले पासे आ रहा है, ठीक है जी। तां इंडिया जिहड़ा आ रहा है वो नॉर्थ ईस्ट दे विच आ रहा है, तो चाहे तुसी लैटीट्यूड बनाओगे चाहे तुसी लॉन्गीट्यूड बनाओगे, तुसी नॉर्थ ते ईस्ट की भाषा च ही बनाने, वैस्ट ते साउथ तो किते दिखेगा ही नहीं, ठीक है। तो वैस्ट वाला हटा दो, साउथ वाला हटा दो, वैस्ट वाले हटा दो, साउथ वाला तो खैर इन्होंने दिता ही नहीं होया। हुण याद किता सीगा आपां 73 55, मैं याद कराया सीगा 73 ते विच 3 जोड़े 76, 55 चो 5 घटा ले अपने कोले किन्ने रह गए जी 50 रह गए, ठीक है। 73 55 76 50 ये सारा मैं याद कराया सीगा क्लास दे विच, बिल्कुल ट्रिक दे नाल अगर आपां लगाई सीगी तो आंसर की बनूगा जी अपना ए ऑप्शन। सौखा क्वेश्चन सीगा। नैक्सट सवाल देखो जी, श्री गुरु अंगद देव जी सिखां दे किन्नवें गुरु साहिबान सन? अच्छा हाँ, ये ना पंजाबी दे विच आए गए सवाल सीगे, वैसे तो यह जीके दे नहीं पंजाबी लैंग्वेज दे बननगे जिहड़ा कि तुहाडा कंपलसरी पेपर सीगा पहला पार्ट जिहड़ा सीगा, लेकिन फिर भी चलो जीके दे क्वेश्चन उहदे च सीगे तो आपां डिस्कस जरूर करांगे जी। गुरु अंगद देव जी सिखां दे किन्नवें गुरु साहिबान सन? सारिआं नूं पता है कि जी दूजे गुरु साहिबान सीगे। नानक देव जी जाण तो पहलां दुनी ज्योति जोत समान तो पहला भाई लैणा जी नूं जिहड़ा हैगा अपने सक्सैसर घोषित कर गए सी ते लोकां नूं कह के गए सी ये मेरे ही अंग ने, इसलिए इन्हां दा नाम अंगद देव जी है, ठीक है जी। सिमिलरली एक होर सवाल आया सीगा, श्री गुरु अर्जन देव जी किस गुरु साहिबान दे सुपुत्र सन? अर्जन देव जी जेडे सीगे रामदास जी दे सुपुत्र सी। याद है आपां गल कीती सीगी कि हुण इस तो बाद सिखिज्म दे विच वंश चलेगा, ठीक है। अर्जन देव जी तो बाद हरगोबिंद जी ते उस तो बाद सारी जिहड़ी लीनीएज है ना इक्को ही वंश च चलेगी, ठीक है जी। तो यह गुरु रामदास जी दे सुपुत्र सीगे, आंसर बनेगा जी डी ऑप्शन, ठीक है जी। चलो जी अगले सवाल ते देखिए की सवाल है। श्री गुरु तेग बहादुर जी नूं किस स्थान ते शहीद किया गया सी? ये भी बड़ा बेसिक सवाल आपां कीता सीगा कि चांदनी चौक दिल्ली दे विच उन्हां दी शहीदी हुई सीगी। और जिथे उन्हां दा सीस डिग्या सी गुरुद्वारा सीसगंज साहिब है, जिथे उन्हां दी देह नूं जिहड़ा हैगा क्रिमेट किया गया सीगा उत्थे गुरुद्वारा रकाबगंज साहिब बनया होया है, ठीक है जी। सो इसलिए आपां की कीता जी आंसर सी ऑप्शन। ये भी बहुत सिंपल सवाल सीगा, जफरनामा की रचना किस गुरु साहिबान ने की सीगी ते ये भी आपां कीता होया हैगा जी। जफरनामा गुरु गोबिंद सिंह जी ने लिखिया सी, यह एक गुस्से भरा पत्र सीगा, फारसी भाषा दे विच लिखिया होया जिहड़ा कि औरंगजेब वास्ते लिखिया सीगा, क्योंकि उन्हें अपनी युद्ध की नीतियां दे विच बहुत वड्डी गलती कीती सीगी, जिहदा खामियाजा गुरु जी ते उन्हां दे परिवार नूं भुगतना पिया सीगा, जिहदे करके उन्हां ने यह लैटर लिखिया सीगा, ठीक है बेटा। चलदे हां अगले सवाल ते। आखिरी सवाल है, श्री गुरु गोबिंद सिंह जी ने भाई मणि सिंह पासों गुरु ग्रंथ साहिब जी का नवा उतारा किस
ਅਸਥਾਨ ਤੇ ਕਰਵਾਇਆ ਸੀ। ਇਹ ਸਾਰੀ ਗੱਲ ਆਪਾਂ ਕਲਾਸ ਦੇ ਵਿੱਚ ਪੜ੍ਹੀ ਹੋਈ ਸੀਗੀ ਕਿ ਸਭ ਤੋਂ ਪਹਿਲਾਂ ਆਦਿ ਗ੍ਰੰਥ ਸਾਹਿਬ ਲਿਖੇ ਗਏ। ਆਦਿ ਗ੍ਰੰਥ ਸਾਹਿਬ ਹੀ ਗੁਰੂ ਗ੍ਰੰਥ ਸਾਹਿਬ ਜੀ ਬਣਨਗੇ, ਯਾਨੀ ਕਿ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਹੀ ਕਵਾਂਗੇ ਆਪਾਂ, ਕਿਉਂਕਿ ਉਹਨੂੰ ਫਿਰ ਬਾਅਦ 'ਚ ਉਹਨਾਂ ਨੂੰ ਨਾ ਅਪਡੇਟ ਕੀਤਾ ਗਿਆ ਸੀਗਾ, ਗ੍ਰੰਥ ਸਾਹਿਬ ਬਣਾ ਦਿੱਤਾ ਗਿਆ ਤੇ ਉਹਨਾਂ ਨੂੰ ਗੁਰੂ ਦਾ ਦਰਜਾ ਦੇ ਦਿੱਤਾ ਗਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਣ ਗਏ। ਕਿਸ ਜਗ੍ਹਾ ਤੇ ਬੈਠ ਕੇ ਕੀਤਾ ਸੀ ਜੀ? ਸਾਬੋ ਕੀ ਤਲਵੰਡੀ ਜਾਂ ਫਿਰ ਤਲਵੰਡੀ ਸਾਬੋ। ਠੀਕ ਹੈ ਜੀ। ਸੋ ਇਹ ਕੁਝ ਸਵਾਲ ਆਏ ਸੀ ਤੇ ਇੱਕ ਸਵਾਲ ਬੇਟਾ ਇੱਥੇ ਮਿਸਿੰਗ ਹੈਗਾ, ਉਹ ਇੱਥੇ ਮਤਲਬ ਪੀਪੀਟੀ 'ਚ ਪਾ ਨਹੀਂ ਸਕੀ। ਉਹ ਸਵਾਲ ਜਿਹੜਾ ਹੈਗਾ ਕਿਹੜਾ ਸੀਗਾ ਜੀ? ਬਾਬਰ ਬਾਣੀ। ਇਹ ਵੀ ਪੰਜਾਬੀ 'ਚ ਹੀ ਆਇਆ ਸੀਗਾ ਜੀ। ਬਾਬਰ ਬਾਣੀ ਕਿਹੜੇ ਗੁਰੂ ਸਾਹਿਬਾਨ ਨੇ ਲਿਖੀ ਸੀ? ਤਾਂ ਆਪਾਂ ਇਹ ਸਵਾਲ ਵੀ ਕਲਾਸ 'ਚ ਕੀਤੇ ਹੋਏ ਆ। ਬਾਬਰ ਬਾਣੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਸੀਗੀ ਔਰੰਗਜ਼ੇਬ ਦੇ ਅਤਿਆਚਾਰਾਂ ਦੇ ਉੱਤੇ। ਠੀਕ ਹੈ ਜੀ। ਬਾਬਰ ਬਾਣੀ ਗੁਰੂ ਨਾਨਕ ਦੇਵ ਜੀ ਨੇ, ਸੌਰੀ ਔਰੰਗਜ਼ੇਬ ਨਹੀਂ, ਬਾਬਰ ਦੇ ਅਤਿਆਚਾਰਾਂ ਦੇ ਉੱਤੇ ਲਿਖੀ ਸੀ। ਸੋ ਬਾਬਰ ਬਾਣੀ ਬਾਬਰ ਦੇ ਅਤਿਆਚਾਰ ਤੇ ਲਿਖੀ ਹੋਈ ਕਹਾਣੀ ਸੀ। ਠੀਕ ਹੈ ਜੀ। ਸੋ ਇਹ ਸੀਗਾ ਆਪਣਾ ਜੀਕੇ ਦਾ ਸੈਕਸ਼ਨ, ਜਿਹਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਆਏ ਵੀ ਸਵਾਲ ਆਪਣੇ ਹੈਂਡਲ ਕੀਤੇ ਹੈਗੇ ਆ, ਜੀਕੇ ਤੋਂ ਜਿੰਨੇ ਵੀ ਰਿਲੇਟਡ ਸੀਗੇ। ਸੋ ਆਈ ਹੋਪ ਤੁਹਾਨੂੰ ਪੇਪਰ ਬਹੁਤ ਸੌਖਾ ਲੱਗਿਆ ਹੋਣਾ ਤੇ ਹੁਣ ਰਿਜ਼ਲਟ ਵਾਸਤੇ ਜਿਹੜਾ ਹੈਗਾ ਤੁਸੀਂ ਪ੍ਰਿਪੇਅਰ ਰਹੋ। ਸਾਡੇ ਵੱਲੋਂ ਤੁਹਾਡੀ ਬਹੁਤ 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 ਵਿਸ਼ੇਸ ਹੈਗੀ ਹੈ ਕਿ ਸਾਰੇ ਬੱਚੇ ਜਿਨ੍ਹਾਂ ਨੇ ਵੀ ਪੇਪਰ ਦਿੱਤਾ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਆਵੇ ਤੇ ਅਗਲੇ ਐਗਜ਼ਾਮਸ ਇੱਥੇ ਨਹੀਂ ਖੜਨਾ ਜੀ, ਅਗਲੇ ਐਗਜ਼ਾਮਸ ਦੇ ਉੱਤੇ ਵੀ ਆਪਾਂ ਚੱਲਣਾ ਹੈਗਾ। ਠੀਕ ਹੈ ਜੀ। ਸੋ ਮਿਲਦੇ ਹਾਂ ਫਿਰ ਤੁਹਾਨੂੰ ਅਗਲੀ ਕਲਾਸ। ਹੁਣ ਤੁਹਾਡੀ ਜਿਹੜੀ ਹੈਗੀ ਹੈ ਅਗਲੇ ਟੌਪਿਕ ਡਿਸਕਸ਼ਨਸ ਹੋਣਗੇ, ਫਿਰ ਚੱਲਦੇ ਹਾਂ ਆਪਾਂ ਜੀ। ਬਾਏ ਬਾਏ, ਟੇਕ ਕੇਅਰ।